ਫੋਬੀਆ ਡਰ ਸੇਮ ਚੀਜ਼ ਹੈ। ਫੀਅਰ ਔਰ ਫੋਬੀਆ ਨੂੰ ਇੱਕੋ ਚੀਜ਼ ਸਮਝੀ ਜਾਂਦੀ ਹੈ, ਇਹ ਇੱਕੋ ਚੀਜ਼ ਨਹੀਂ ਹੈ। ਜਿਵੇਂ ਅਸੀਂ ਕਿਸੇ ਚੀਜ਼ ਨੂੰ ਲੈ ਕੇ ਅੱਜ ਕੱਲ ਨਾਰਮਲ ਦੇਖਿਆ ਜਾਂਦਾ, ਸਟ੍ਰੈਸ ਬਹੁਤ ਲੈ ਲੈਂਦੇ ਆ। ਫੀਅਰਫੁਲ ਤੁਸੀਂ ਕੁਝ ਖਾਸ ਚੀਜ਼ਾਂ ਨੂੰ ਲੈ ਕੇ ਹੁੰਨੇ ਹੋ, ਜਿਵੇਂ ਕਿਸੇ ਨੂੰ ਖੂਨ ਨੂੰ ਦੇਖ ਕੇ ਡਰ ਲੱਗ ਜਾਂਦਾ ਹੈ, ਜਾਂ ਕਿਸੇ ਨੂੰ ਡਰਾਈਵਿੰਗ ਤੋਂ ਹੀ ਡਰ ਲੱਗਦਾ ਹੈ, ਕਿਸੇ ਨੂੰ ਉੱਚੀਆਂ ਜਗ੍ਹਾ ਤੋਂ ਡਰ ਲੱਗਦਾ ਹੈ। ਜ਼ਿੰਦਗੀ ਦੇ ਸਵਾਲ ਜਿਸ ਤਰੀਕੇ ਨਾਲ ਉਹ ਹੁੰਦੇ ਨੇ ਜੋ ਆਪਾਂ ਐਕਸਪੈਕਟ ਨਹੀਂ ਕੀਤੇ ਹੁੰਦੇ, ਉਵੇਂ ਹੀ ਕੁਐਸਚਨ ਪੇਪਰ ਵਿੱਚ ਵੀ ਕਈ ਵਾਰੀ ਇਹੋ ਜਿਹੇ ਸਵਾਲ ਹੁੰਦੇ ਨੇ ਜੋ ਕਿ ਬੱਚੇ ਨੇ ਐਕਸਪੈਕਟ ਨਹੀਂ ਕੀਤੇ ਹੁੰਦੇ। ਉਹ ਲੋਕ ਕੀ ਕਰ ਪਾਣਗੇ ਜੋ ਜੀਣ ਤੋਂ ਪਹਿਲਾਂ ਹੀ ਡਰ ਜਾਣਗੇ। ਪਿਆਰੇ ਦਰਸ਼ਕੋ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਤੇ ਅੱਜ ਸਾਡੇ ਪ੍ਰੋਗਰਾਮ ਦਾ ਵਿਸ਼ਾ ਹੈ ਡਰ। ਤੇ ਆਪਣੇ ਸਟੂਡੀਓ ਦੇ ਵਿੱਚ ਅਸੀਂ ਸੱਦਾ ਦਿੱਤਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਾਉਂਸਲਿੰਗ ਸਾਈਕੋਲੋਜਿਸਟ ਡਾਕਟਰ ਰੂਬੀ ਗੁਪਤਾ ਨੂੰ, ਜਿਨ੍ਹਾਂ ਨਾਲ ਅੱਜ ਅਸੀਂ ਡਰ ਬਾਰੇ ਗੱਲਬਾਤ ਕਰਾਂਗੇ। ਡਰ ਦੀ ਵੱਖ-ਵੱਖ ਕਿਸਮਾਂ ਕੀ ਨੇ ਤੇ ਇਸ ਤੋਂ ਅਸੀਂ ਛੁਟਕਾਰਾ ਕਿਵੇਂ ਪਾ ਸਕਦੇ ਹਾਂ। ਤੇ ਇਸ ਤੋਂ ਪਹਿਲਾਂ ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰ ਲਈਏ। ਡਾਕਟਰ ਰੂਬੀ ਗੁਪਤਾ, ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਥੈਂਕ ਯੂ ਰੋਮਨ ਜੀ, ਸ਼ੁਕਰੀਆ। ਮੈਂ ਸ਼ੁਰੂਆਤ ਕਰਾਂ, ਜਿਵੇਂ ਕਿ ਮੈਂ ਦੱਸ ਚੁੱਕੀ ਹਾਂ ਕਿ ਅੱਜ ਸਾਡੇ ਪ੍ਰੋਗਰਾਮ ਦਾ ਵਿਸ਼ਾ ਹੈ ਡਰ। ਤੇ ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹਾਂਗੇ ਕਿ ਡਰ ਹੈ ਕੀ ਚੀਜ਼, ਇਸ ਦੀਆਂ ਅਲੱਗ-ਅਲੱਗ ਕਿਸਮਾਂ ਕੀ ਨੇ। ਮਨੁੱਖ ਨੂੰ ਮਨੁੱਖ ਬਣਾਉਣ ਦੇ ਵਿੱਚ ਇਮੋਸ਼ਨਸ ਦਾ ਬਹੁਤ ਵੱਡਾ ਹੱਥ ਹੈ। ਅਲੱਗ-ਅਲੱਗ ਤਰੀਕੇ ਦੇ ਇਮੋਸ਼ਨਸ, ਜਿਵੇਂ ਕਿ ਉਹਦਾ ਹੱਸਣਾ, ਉਹਦਾ ਰੋਣਾ, ਉਦਾਸ ਹੋ ਜਾਣਾ, ਉਹਨਾਂ ਵਿੱਚੋਂ ਇੱਕ ਇਹੋ ਜਿਹਾ ਇਮੋਸ਼ਨ ਜਿਹਦਾ ਨਾਮ ਡਰ ਜਾਂ ਫਿਰ ਇਹਨੂੰ ਫੀਅਰ ਕਹਿ ਦਿੰਦੇ ਆ। ਇਹ ਉਹ ਇਮੋਸ਼ਨ ਹੈ ਜੋ ਕਿ ਇਨਸਾਨ ਆਪਣੇ ਨਾਲ ਅਦਰਵਾਈਜ਼ ਲੈ ਕੇ ਪੈਦਾ ਨਹੀਂ ਹੁੰਦਾ। ਉਹ ਦੋ ਤਰੀਕੇ ਦੇ ਡਰ ਹੀ ਨੇ ਜਿਨ੍ਹਾਂ ਨਾਲ ਉਹ ਪੈਦਾ ਹੋਇਆ, ਜਿਨ੍ਹਾਂ ਨੂੰ ਆਪਾਂ ਇਨੇਟ ਫੀਅਰਸ ਕਹਿ ਦਿੰਦੇ ਆ। ਇਹ ਦੋ ਡਰ ਉਹ ਨੇ ਕਿ ਜਿਨ੍ਹਾਂ ਵਿੱਚੋਂ ਇੱਕ ਹੈ ਉਹਦਾ ਉੱਚੀ ਜਗ੍ਹਾ ਤੋਂ ਗਿਰਨ ਦਾ ਡਰ, ਫੀਅਰ ਆਫ ਫਾਲਿੰਗ, ਤੇ ਦੂਜਾ ਹੈ ਫੀਅਰ ਆਫ ਲਾਊਡ ਨੋਇਜ਼ਸ, ਕਿ ਬੱਚੇ ਦਾ ਉੱਚੀ ਆਵਾਜ਼ ਸੁਣ ਕੇ ਡਰ ਕੇ ਉੱਠ ਜਾਣਾ ਜਾਂ ਇੱਕਦਮ ਡਰ ਜਾਣਾ। ਬਾਕੀ ਜਿੰਨੇ ਵੀ ਤਰੀਕੇ ਦੇ ਡਰ ਨੇ, ਇਹ ਓਵਰ ਦਾ ਈਅਰਸ ਜਿਹੜੇ ਨਿਊਟਰਲ ਸਟਿਮੂਲਸ ਸੀਗੇ, ਜਿਹੜੇ ਨਿਊਟਰਲ ਇਵੈਂਟ ਸੀਗੇ, ਜਿਨ੍ਹਾਂ ਨਾਲ ਨਾ ਕੁਝ ਪੋਜ਼ਿਟਿਵ ਜੁੜਿਆ ਸੀ, ਨਾ ਨੈਗੇਟਿਵ ਜੁੜਿਆ ਸੀ, ਨਾ ਉਹ ਚੰਗਾ ਸੀ ਨਾ ਮਾੜਾ ਸੀ, ਉਹ ਇੱਕ ਐਕਟੀਵਿਟੀ ਸੀ, ਉਹ ਇੱਕ ਇਵੈਂਟ ਸੀ। ਜਿਵੇਂ ਐਗਜ਼ਾਮਸ ਆਪਣੇ ਆਪ 'ਚ ਇੱਕ ਇਵੈਂਟ ਨੇ, ਇੱਕ ਨਿਊਟਰਲ ਇਵੈਂਟ ਨੇ। ਡਰਾਈਵਿੰਗ ਆਪਣੇ ਆਪ 'ਚ ਇੱਕ ਨਿਊਟਰਲ ਇਵੈਂਟ ਹੈ। ਪਹਾੜ ਤੇ ਚੜ੍ਹਨਾ ਇੱਕ ਨਿਊਟਰਲ ਇਵੈਂਟ ਹੈ। ਪਰ ਜਦੋਂ ਇਹਨਾਂ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਨੈਗੇਟਿਵ ਐਕਸਪੀਰੀਅੰਸ ਜੁੜ ਜਾਂਦਾ ਹੈ, ਜਿਵੇਂ ਐਗਜ਼ਾਮ ਦੇ ਵਿੱਚ ਅੱਛਾ ਪਰਫਾਰਮ ਨਹੀਂ ਕਰ ਸਕਿਆ ਬੱਚਾ, ਤੇ ਉਹਨੂੰ ਕੌਨਸੀਕੁਐਂਸਿਸ ਬੀਅਰ ਕਰਨੇ ਪਏ, ਉਹਦੇ ਨਤੀਜੇ ਭੁਗਤਨੇ ਪਏ, ਉਹ ਆਪਣੇ ਵੱਡਿਆਂ ਨੂੰ ਉਹਨੇ ਨਾਰਾਜ਼ ਕਰ ਦਿੱਤਾ, ਉਹਦੇ ਟੀਚਰਸ, ਉਹਦੇ ਜਿਹੜੇ ਪੇਰੈਂਟਸ ਜਾਂ ਉਹਦੇ ਜਿਹੜੇ ਕਲਾਸਮੇਟ ਸੀਗੇ, ਉਹਨਾਂ ਦੀ ਉਹਨੇ ਜਜਮੈਂਟ ਜੋ ਹੈ ਉਹ ਬਰਦਾਸ਼ਤ ਕੀਤੀ, ਜਾਂ ਫਿਰ ਡਰਾਈਵਿੰਗ ਦੇ ਵੇਲੇ ਕੁਝ ਇਹੋ ਜਿਹਾ ਹੋ ਜਾਂਦਾ ਹੈ। ਤਾਂ ਜਿਹੜੇ ਇਹ ਨਿਊਟਰਲ ਇਵੈਂਟਸ ਨੇ, ਇਹਨਾਂ ਦੇ ਨਾਲ ਜਦੋਂ ਆ ਕੇ ਇਹ ਨੈਗੇਟਿਵ ਐਕਸਪੀਰੀਐਂਸਿਸ ਜੁੜ ਗਏ ਤੇ ਇਹਨਾਂ ਤੇ ਕਿਸੇ ਤਰੀਕੇ ਦਾ ਕੰਮ ਨਹੀਂ ਹੋਇਆ। ਇਹਨਾਂ ਨੂੰ ਬੱਚੇ ਨੂੰ ਇਹ ਨਹੀਂ ਦੱਸਿਆ ਗਿਆ ਕਿ ਇਹ ਇੱਕ ਐਕਸੀਡੈਂਟਲ ਐਸਪੈਕਟ ਸੀਗਾ, ਇਹ ਜ਼ਰੂਰੀ ਨਹੀਂ ਕਿ ਹਰ ਵਾਰੀ ਹੋਵੇ, ਤਾਂ ਉਹ ਜਿਹੜਾ ਇੱਕ ਨਿਊਟਰਲ ਇਵੈਂਟ ਹੈ ਉਹ ਬੱਚੇ ਦੇ ਮਨ ਵਿੱਚ ਡਰ ਦੇ ਰੂਪ ਵਿੱਚ ਬੈਠ ਜਾਂਦਾ ਹੈ। ਜਿਵੇਂ ਕਿ ਤੁਸੀਂ ਪੁੱਛਿਆ ਕਿ ਡਰ ਦੀਆਂ ਅਲੱਗ-ਅਲੱਗ ਕਿਸਮਾਂ ਕੀ ਨੇ। ਡਰ, ਜਿਹਨੂੰ ਕਿ ਫੀਅਰ ਵੀ ਕਹਿ ਦਿੰਦੇ ਨੇ, ਫੀਅਰ ਔਰ ਫੋਬੀਆ ਨੂੰ ਇੱਕੋ ਚੀਜ਼ ਸਮਝੀ ਜਾਂਦੀ ਹੈ, ਇਹ ਇੱਕੋ ਚੀਜ਼ ਨਹੀਂ ਹੈ। ਫੀਅਰ ਜਾਂ ਡਰ ਉਹ ਚੀਜ਼ ਹੈ ਜੋ ਕਿ ਰੀਅਲ ਲਾਈਫ ਵਿੱਚ ਕੋਈ ਡੇਂਜਰ ਹੈ ਤੇ ਤੁਸੀਂ ਡਰ ਗਏ, ਤੁਹਾਡੇ ਅੱਗੇ ਕੋਈ ਅਚਾਨਕ ਜੰਗਲੀ ਜਾਨਵਰ ਆ ਗਿਆ, ਉਹ ਤੁਸੀਂ ਫੀਅਰਫੁਲ ਹੋ, ਉਦੋਂ ਤੁਹਾਡਾ ਜਿਹੜਾ ਡਰ ਹੈ ਉਹ ਜਾਇਜ਼ ਹੈ। ਪਰ ਜਦੋਂ ਫੋਬੀਆ ਦੀ ਗੱਲ ਆਉਂਦੀ ਹੈ ਤਾਂ ਫੋਬੀਆ ਇੱਕ ਇਹੋ ਜਿਹਾ ਗਰਾਊਂਡਲੈਸ ਫੀਅਰ ਹੈ ਕਿ ਜੋ ਤੁਹਾਨੂੰ ਕਿਤੇ ਵੀ ਬੈਠੇ ਮਹਿਸੂਸ ਹੋ ਸਕਦਾ ਹੈ। ਇਰਰੈਸ਼ਨਲ ਹੈ, ਇਹਦਾ ਕੋਈ ਬੇਸਿਸ ਹੋ ਵੀ ਸਕਦਾ ਹੈ, ਨਹੀਂ ਵੀ। ਜਿਵੇਂ ਕਿ ਖੁੱਲੀਆਂ ਜਗ੍ਹਾ ਦਾ ਡਰ ਜਾਂ ਫਿਰ ਤੰਗ ਜਗ੍ਹਾ ਦਾ ਡਰ। ਜੇ ਤਾਂ ਤੁਸੀਂ ਵਾਕਈ ਕਿਸੇ ਤੰਗ ਜਗ੍ਹਾ ਦੇ ਵਿੱਚ ਹੈਗੇ ਹੋ, ਕੋਈ MRI ਕਰਵਾਉਣ ਗਿਆ ਹੈ ਤੇ ਉਹ ਜਿਹੜਾ MRI ਚੇਂਬਰ ਹੈ ਉਹਦੇ ਵਿੱਚ ਜਦੋਂ ਇੰਡੀਵਿਜੂਅਲ ਨੂੰ ਪਾਇਆ ਜਾਂਦਾ ਹੈ ਤਾਂ ਉਹ ਜਿਹੜਾ ਉਸ ਵੇਲੇ ਉਹਨੂੰ ਡਰ ਲੱਗਦਾ ਹੈ, ਉਹ ਇੱਕ ਜਾਇਜ਼ ਡਰ ਸਮਝਿਆ ਜਾ ਸਕਦਾ ਹੈ। ਪਰ ਕਿਤੇ ਬੈਠੇ ਕਿਸੇ ਤੰਗ ਜਗ੍ਹਾ ਦਾ ਡਰ ਮਹਿਸੂਸ ਕਰਨਾ ਤੇ ਉਦੋਂ ਡਰ ਜਾਣਾ, ਉਹ ਫੋਬੀਆ ਹੈ। ਇਹ ਆਪਣੇ ਆਪ 'ਚ ਕਈ ਵਾਰੀ ਬਹੁਤ ਵਿਸ਼ੀਅਸ ਵੀ ਹੋ ਜਾਂਦੀਆਂ ਨੇ ਚੀਜ਼ਾਂ, ਜਦੋਂ ਲੋਕ ਇੰਨਾ ਕੁ ਜ਼ਿਆਦਾ ਘਬਰਾ ਜਾਂਦੇ ਨੇ ਕਿ ਉਹਨਾਂ ਨੂੰ ਬੈਠੇ ਵੈਨ ਦੇ ਫੀਲ ਸੋ ਐਂਕਸ਼ੀਅਸ, ਐਂਗਜ਼ਾਇਟੀ ਹੋ ਜਾਂਦੀ ਹੈ, ਇੱਕ ਇਰਰੈਸ਼ਨਲ ਜਿਹਾ ਫੀਅਰ ਹੈ ਉਹ ਉਹਨਾਂ ਨੂੰ ਘੇਰ ਲੈਂਦਾ ਹੈ, ਤਾਂ ਇਟ ਕੈਨ ਲੀਡ ਟੂ ਪੈਨਿਕ ਅਟੈਕ ਆਲਸੋ। ਪੈਨਿਕ ਅਟੈਕ ਦੇ ਜਿਹੜੇ ਸਿੰਪਟਮਸ ਨੇ ਉਹ
ਕਾਫੀ ਸਿਮਿਲਰ ਹੋ ਸਕਦੇ ਨੇ ਇੱਕ ਇਹੋ ਜਿਹੇ ਐਸਪੈਕਟ ਦੇ ਨਾਲ, ਜਿਹਨੂੰ ਕਿ ਆਪਾਂ ਕਹਿ ਸਕਦੇ ਹਾਂ ਕਿ ਇੰਡੀਵਿਜੂਅਲ ਨੂੰ ਲੱਗਦਾ ਹੈ ਕਿ ਕਿਤੇ ਮੈਨੂੰ ਅਚਾਨਕ ਹੀ ਕੁਝ ਹੋ ਨਾ ਜਾਏ, ਜਿਵੇਂ ਉਹਦੀ ਹਾਰਟ ਬੀਟ ਬਹੁਤ ਜ਼ਿਆਦਾ ਤੇਜ਼ ਹੋ ਜਾਣੀ, ਉਹਦੀਆਂ ਜਿਹੜੀਆਂ ਪਾਮਸ ਨੇ ਉਹ ਸਵੈਟੀ ਹੋ ਜਾਣੀਆਂ, ਪਸੀਨਾ ਆ ਜਾਣਾ, ਮੱਥੇ ਤੇ ਪਸੀਨਾ ਆ ਜਾਣਾ। ਇਹਦੇ ਨਾਲ ਉਹਨੂੰ ਇਹ ਵੀ ਮਹਿਸੂਸ ਹੋ ਸਕਦਾ ਹੈ ਕਿ ਮੇਰੇ ਹੱਥ ਪੈਰ ਸੁੰਨ ਹੋ ਰਹੇ ਨੇ, ਕਿ ਕਿਤੇ ਮੈਨੂੰ ਕੁਝ ਹੋ ਤਾਂ ਨਹੀਂ ਜਾਏਗਾ, ਤੇ ਉਹ ਇੱਕਦਮ ਡਾਕਟਰ ਕੋਲ ਭੱਜਦਾ ਹੈ, ਆਪਣਾ ECG ਕਰਵਾਉਂਦਾ ਹੈ, ਉਹਦੇ 'ਚ ਸਭ ਕੁਝ ਨਾਰਮਲ ਆਉਂਦਾ ਹੈ। ਤੇ ਉਹਨੂੰ ਬਾਰ-ਬਾਰ ਇਹ ਦੱਸਣ ਦੇ ਬਾਵਜੂਦ that everything is normal, ਤੁਸੀਂ ਇਸ ਚੀਜ਼ ਨੂੰ ਲਾਈਟਲੀ ਲੈਣ ਦੀ ਕੋਸ਼ਿਸ਼ ਕਰੋ, it will subside by itself। 15 ਤੋਂ 20 ਮਿੰਟ ਜਾਂ ਫਿਰ ਮੈਕਸਿਮਮ ਅੱਧੇ ਘੰਟੇ ਦੇ ਵਿੱਚ the individual comes back to its normal। ਪਰ ਜਿਹੜਾ ਇੱਥੇ pertinent question ਹੈ, ਜਿਹੜਾ ਇੱਥੇ important question ਇਹ ਹੈ ਕਿ ਜਿਹੜੀ ਇਹ ਡਰ ਦੀ ਸ਼ੁਰੂਆਤ ਹੈ, ਇਹ ਕਿਤੇ ਨਾ ਕਿਤੇ ਇਹੋ ਜਿਹੀ ਜਗ੍ਹਾ ਤੋਂ ਹੋਈ ਹੈ ਕਿ ਜਿੱਥੇ ਇੱਕ ਨਿਊਟਰਲ ਇਵੈਂਟ ਉਹਦੇ ਨਾਲ ਉਹਦਾ ਨੈਗੇਟਿਵ ਐਕਸਪੀਰੀਅੰਸ ਇਸ ਤਰੀਕੇ ਨਾਲ ਜੁੜ ਗਿਆ ਕਿ ਹੁਣ ਉਹਨੇ ਇਸ ਚੀਜ਼ ਨੂੰ ਇੰਨਾ ਜ਼ਿਆਦਾ ਇੰਟਰਨਲਾਈਜ਼ ਕਰ ਲਿਆ ਕਿ ਉਹ ਉਹਦੇ ਲਈ ਇੱਕ ਡਰ ਦਾ ਸਬਬ ਬਣ ਗਿਆ। ਜੀ ਡਾਕਟਰ ਸਾਹਿਬ, ਜਿਵੇਂ ਕਿ ਅਸੀਂ ਕਿਸੇ ਚੀਜ਼ ਨੂੰ ਲੈ ਕੇ ਮਨ ਦੇ ਵਿੱਚ ਧਾਰਨਾ ਬਣਾ ਲੈਂਦੇ ਆ, ਜਿਹਨੂੰ ਅਸੀਂ ਕਹਿ ਦਿੰਦੇ ਆ ਫੋਬੀਆ ਡਰ ਸੇਮ ਚੀਜ਼ ਹੈ? ਫੋਬੀਆ ਐਂਡ ਡਰ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹਨਾਂ ਦੀ ਜਿਹੜੀ ਮੈਨੀਫੈਸਟੇਸ਼ਨ ਹੈ, ਇਹ ਉੱਪਰੋਂ ਇੱਕੋ ਜਿਹੇ ਲੱਗਦੇ ਨੇ, ਪਰ ਇਹਨਾਂ ਦਾ ਜਿਹੜਾ ਸਾਈਕੋਲੋਜੀਕਲ ਬੇਸਿਸ ਹੈ ਉਹ ਡਿਫਰੈਂਟ ਹੈ। ਫੀਅਰ, ਮੈਂ ਜਿਵੇਂ ਦੱਸਿਆ ਕਿ ਰੀਅਲ ਲਾਈਫ ਡੇਂਜਰ ਜਦੋਂ ਤੁਹਾਨੂੰ ਮਹਿਸੂਸ ਹੋਏ ਤਾਂ ਉਹ ਫੀਅਰ ਹੈ। ਜਿਵੇਂ ਤੁਸੀਂ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਬੈਠੇ ਹੋ, ਤਕਰੀਬਨ ਬੱਚਿਆਂ ਨਾਲ ਇਹ ਹੁੰਦਾ ਹੈ, ਉਹਨਾਂ ਨੇ ਡਿਊ ਟੂ ਐਨੀ ਰੀਜ਼ਨ, ਕਿਸੇ ਵੀ ਕਾਰਨਵਸ਼ ਉਹਨਾਂ ਨੇ ਪੜ੍ਹਾਈ ਨਹੀਂ ਕੀਤੀ, ਉਹਨਾਂ ਦੀ ਐਗਜ਼ਾਮ ਦੀ ਤਿਆਰੀ ਨਹੀਂ ਹੈ, ਉਹਨਾਂ ਦੇ ਸਾਹਮਣੇ ਕੁਐਸਚਨ ਪੇਪਰ ਆਇਆ, ਉਹਨਾਂ ਨੂੰ ਕੁਝ ਨਹੀਂ ਆਉਂਦਾ, ਇਹ ਇੱਕ ਰੀਅਲ ਡਰ ਹੈ। ਪਰ ਤੁਸੀਂ ਤਿਆਰੀ ਵੀ ਕੀਤੀ ਹੋਈ ਹੈ, ਯੂ ਆਰ ਵੈਲ ਪ੍ਰੀਪੇਅਰਡ, ਤੁਸੀਂ ਐਗਜ਼ਾਮੀਨੇਸ਼ਨ ਹਾਲ ਵੱਲ ਜਾਂਦੇ ਹੋਏ ਤੁਸੀਂ ਡਰ ਮਹਿਸੂਸ ਕਰ ਰਹੇ ਹੋ। ਇੱਕ ਜਿਹੜੀ ਨਾਰਮਲ ਲੈਵਲ ਦੀ ਐਂਜ਼ਾਈਟੀ ਹੁੰਦੀ ਹੈ, ਉਹ ਇੱਕ ਨਾਰਮਲ ਚੀਜ਼ ਹੈ, ਉਹ ਤੁਹਾਨੂੰ ਔਨ ਟੋਜ਼ ਰੱਖਦੀ, ਉਹ ਤੁਹਾਨੂੰ ਪ੍ਰਿਪੇਅਰ ਕਰਦੀ ਹੈ ਕਿ ਤੁਸੀਂ ਆਉਣ ਵਾਲੇ ਜਿਹੜੇ ਅਪਕਮਿੰਗ ਇਵੈਂਟਸ ਹੈ, ਜਿਵੇਂ ਆਪਾਂ ਇੱਥੇ ਐਗਜ਼ਾਮਸ ਦੀ ਗੱਲ ਕਰ ਰਹੇ ਹਾਂ, ਤੁਸੀਂ ਉਹਦੇ ਲਈ ਆਪਣੇ ਆਪ ਨੂੰ ਪ੍ਰਿਪੇਅਰ ਕਰੋ। ਜੇ ਉਹ ਨਾਰਮਲ ਲੈਵਲ ਦੀ, ਆਪਟੀਮਲ ਲੈਵਲ ਦੀ ਜੇ ਐਂਜ਼ਾਈਟੀ ਨਾ ਹੋਏ ਤਾਂ ਸ਼ਾਇਦ ਕੋਈ ਇਸ ਚੀਜ਼ ਨੂੰ ਸੀਰੀਅਸਲੀ ਨਾ ਲਏ। ਪਰ ਜਦੋਂ ਉਹ ਐਂਜ਼ਾਈਟੀ ਇੱਕ ਪਾਰਟਿਕੂਲਰ ਲੈਵਲ ਕ੍ਰਾਸ ਕਰ ਜਾਂਦੀ ਹੈ ਤਾਂ ਉਹ ਐਬਨੋਰਮਲ ਰੂਪ ਲੈ ਲੈਂਦੀ ਹੈ, ਤੇ ਕਈ ਵਾਰੀ ਇਹਦੇ ਨਾਲ ਬੱਚਿਆਂ ਦੀ ਜਿਹੜੀ ਪਰਫਾਰਮੈਂਸ ਹੈ, ਜੇ ਆਪਾਂ ਐਗਜ਼ਾਮਸ ਦੀ ਐਗਜ਼ਾਮਪਲ ਨੂੰ ਕੰਟੀਨਿਊ ਕਰੀਏ ਤਾਂ ਜਿਹੜੀ ਉਹ ਪਰਫਾਰਮੈਂਸ ਹੈ ਉਹ ਬਹੁਤ ਨੈਗੇਟਿਵਲੀ ਅਫੈਕਟ ਹੁੰਦੀ ਹੈ। ਜੀ, ਜਿਵੇਂ ਅਸੀਂ ਕਿਸੇ ਚੀਜ਼ ਨੂੰ ਲੈ ਕੇ ਅੱਜ ਕੱਲ ਨਾਰਮਲ ਦੇਖਿਆ ਜਾਂਦਾ, ਸਟ੍ਰੈਸ ਬਹੁਤ ਲੈ ਲੈਂਦੇ ਆ। ਸਟ੍ਰੈਸ, ਫੋਬੀਆ ਸੇਮ ਹੀ ਇੱਕ ਹੀ ਚੀਜ਼ ਹੈ ਜਾਂ ਕੁਝ ਅਲੱਗ ਹੈ ਇਹਨਾਂ ਦੇ? ਸਟ੍ਰੈਸ ਐਂਡ ਫੋਬੀਆ ਆਰ ਅਗੇਨ ਡਿਫਰੈਂਟ। ਸਟ੍ਰੈਸ ਜਦੋਂ ਤੁਹਾਡੇ ਜਿਹੜੇ ਸਾਈਕੋਲੋਜੀਕਲ, ਤੁਹਾਡੇ ਫਿਜ਼ੀਕਲ, ਤੁਹਾਡੇ ਰਿਸੋਰਸਿਸ ਨੇ, ਕੋਈ ਕੰਮ ਕਰਨਾ ਹੈ, ਤੁਹਾਨੂੰ ਲੱਗਦਾ ਹੈ ਕਿ ਇਹ ਕੰਮ ਮੈਂ ਕਰ ਨਹੀਂ ਸਕਦਾ ਕਿਉਂਕਿ ਫਿਜ਼ੀਕਲ ਰੀਜ਼ਨਸ 1 2 3, ਸਾਈਕੋਲੋਜੀਕਲ ਰੀਜ਼ਨਸ 1 2 3, ਮੈਨੂੰ ਆਂਦਾ ਨਹੀਂ, ਮੈਂ ਇਹ ਕਦੇ ਦੇਖਿਆ ਨਹੀਂ, ਮੈਂ ਹੋਰਾਂ ਨੂੰ ਕਰਦੇ ਦੇਖਿਆ ਪਰ ਮੇਰੇ ਤੋਂ ਇਹ ਕੰਮ ਨਹੀਂ ਹੋਣਾ, ਇਹ ਮੇਰੇ ਲਈ ਬਹੁਤ ਮੁਸ਼ਕਿਲ ਹੈ। ਤੇ ਜਦੋਂ ਤੁਹਾਡੇ ਫਿਜ਼ੀਕਲ ਤੇ ਸਾਈਕੋਲੋਜੀਕਲ ਜਿਹੜੇ ਰਿਸੋਰਸਿਸ ਨੇ ਉਹ ਘਟ ਜਾਂਦੇ ਨੇ ਤੇ ਜਿਹੜਾ ਕੰਮ ਹੈ ਉਹ ਤੁਹਾਨੂੰ ਜ਼ਿਆਦਾ ਡਿਮਾਂਡਿੰਗ ਲੱਗਣ ਲੱਗ ਜਾਂਦਾ ਹੈ, ਉਦੋਂ ਤੁਸੀਂ ਸਟ੍ਰੈਸਫੁਲ ਸਟੇਟ ਵਿੱਚ ਆ ਜਾਂਦੇ ਹੋ। ਬਟ ਜਿਹੜਾ ਇਹ ਫੀਅਰ ਹੈ, ਇਹ ਫੋਬੀਆ ਹੈ, ਇਹ ਇੱਕ ਆਲ ਟੂਗੇਦਰ ਡਿਫਰੈਂਟ ਉਹ ਚੀਜ਼ ਹੈ ਇਨ ਦ ਸੈਂਸ ਕਿ ਸਟ੍ਰੈਸ ਤੁਸੀਂ ਕਿਸੇ ਐਸਪੈਕਟ ਨੂੰ ਲੈ ਕੇ ਐਵੇਂ ਲੈਂਦੇ ਹੋ ਕਿ ਇਹ ਚੀਜ਼ ਮੇਰੇ ਤੋਂ ਹੈਂਡਲ ਨਹੀਂ ਹੋਣੀ, ਇਹ ਮੇਰੇ ਲਈ ਸਟ੍ਰੈਸਫੁਲ ਹੈ। ਉਹਦੇ ਫਿਜ਼ੀਓਲੋਜੀਕਲ ਐਸਪੈਕਟਸ, ਉਹਦੇ ਸਾਈਕੋਲੋਜੀਕਲ ਐਸਪੈਕਟਸ ਨੇ। ਫੀਅਰ ਇੱਕ ਪਾਰਟਿਕੂਲਰ, ਖਾਸ ਕਰਕੇ ਇੱਕ ਖਾਸ ਚੀਜ਼ ਤੋਂ ਹੁੰਦਾ ਹੈ। ਤੁਸੀਂ ਸਟ੍ਰੈਸ ਤੁਹਾਡਾ ਇੱਕ ਪਰਸਨੈਲਿਟੀ ਐਸਪੈਕਟ ਵੀ ਹੋ ਸਕਦਾ ਹੈ ਕਿ ਤੁਸੀਂ ਬੜੀ ਜਲਦੀ ਸਟ੍ਰੈਸ ਹੋ ਜਾਂਦੇ ਹੋ, ਪਰ ਫੀਅਰਫੁਲ ਤੁਸੀਂ ਕੁਝ ਖਾਸ ਚੀਜ਼ਾਂ ਨੂੰ ਲੈ ਕੇ ਹੁੰਦੇ ਹੋ। ਜਿਵੇਂ ਕਿਸੇ ਨੂੰ ਖੂਨ ਨੂੰ ਦੇਖ ਕੇ ਡਰ ਲੱਗ ਜਾਂਦਾ ਹੈ, ਜਾਂ ਕਿਸੇ ਨੂੰ ਡਰਾਈਵਿੰਗ ਤੋਂ ਹੀ ਡਰ ਲੱਗਦਾ ਹੈ, ਕਿਸੇ ਨੂੰ ਉੱਚੀਆਂ ਜਗ੍ਹਾ ਤੋਂ ਡਰ ਲੱਗਦਾ ਹੈ, ਹਾਈਟਸ ਦਾ ਡਰ ਲੱਗਦਾ ਹੈ, ਕਿਸੇ ਨੂੰ ਐਗਜ਼ਾਮ ਫੀਅਰ ਹੈ ਬਹੁਤ ਜ਼ਿਆਦਾ, ਐਗਜ਼ਾਮ ਫੋਬੀਆ ਹੈ ਬਹੁਤ ਜ਼ਿਆਦਾ, ਕਿਸੇ ਨੂੰ ਤੰਗ ਜਗ੍ਹਾ ਦਾ ਡਰ ਹੈ। ਅਲੱਗ-ਅਲੱਗ ਕਿਸਮ ਦੇ ਡਰ ਜਿਹੜੇ ਨੇ ਉਹ ਇਨਸਾਨ ਦੇ ਮਨ ਵਿੱਚ ਅਲੱਗ-ਅਲੱਗ ਤਰੀਕੇ ਦਾ ਜਿਹੜੀ ਹੈ ਉਹ ਮੈਨੀਫੈਸਟੇਸ਼ਨ ਉਹਨਾਂ ਦੀ ਹੁੰਦੀ ਹੈ। ਬੱਚਿਆਂ ਨੂੰ ਐਗਜ਼ਾਮ ਨੂੰ ਲੈ ਕੇ ਇੱਕ ਫੋਬੀਆ ਪੈਦਾ ਹੋ ਜਾਂਦਾ ਹੈ ਨਾ, ਫੋਬੀਆ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਪੈਦਾ ਹੋ ਜਾਂਦਾ ਹੈ। ਤੇ ਇਹਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਕਿ ਇੱਕ ਡਰ
ਫੋਬੀਆ ਐਗਜ਼ਾਮ ਨੂੰ ਲੈ ਕੇ ਕਈ ਵਾਰੀ ਦੇਖਿਆ ਜਾਂਦਾ ਸੀ, ਮੇਰੇ ਨਾਲ ਕੁਝ ਲੜਕੀਆਂ ਹੁੰਦੀਆਂ ਸੀ ਕਿ ਕੁਝ ਐਗਜ਼ਾਮ ਦੇ ਵਿੱਚ ਬਿਲਕੁਲ ਉਹਨਾਂ ਨੇ ਡਰ ਜਾਣਾ, ਔਰ ਕੁਝ ਹੁੰਦੀਆਂ ਸੀ ਬਿਲਕੁਲ ਰਿਲੈਕਸ ਮੂਡ ਦੇ ਵਿੱਚ ਉਹਨਾਂ ਨੇ ਪੇਪਰ ਦੇਣੇ। ਇਹਨਾਂ ਦੋਨਾਂ ਦੇ ਵਿੱਚ ਤੁਸੀਂ ਕਿਵੇਂ ਅੰਤਰ ਦੇਖਦੇ ਹੋ? ਦੇਖੋ, ਐਗਜ਼ਾਮਸ ਤਾਂ ਨਾ ਲਾਈਫ ਦਾ ਇੱਕ ਰੈਗੂਲਰ ਫੀਚਰ ਨੇ ਜੀ। ਤੁਸੀਂ ਕਿਸੇ ਵੀ ਜੌਬ ਲਈ, ਇਹ ਤਾਂ ਸਿਰਫ ਸਕੂਲ ਦੀ ਗੱਲ ਹੈ, ਤੁਸੀਂ ਕਿਸੇ ਜੌਬ ਲਈ ਅਪਲਾਈ ਕਰਨਾ ਹੈ, ਤੁਸੀਂ ਹਾਇਰ ਸਟੱਡੀਜ਼ ਦੇ ਵਿੱਚ ਜਾਣਾ ਹੈ, ਤੁਹਾਨੂੰ ਐਗਜ਼ਾਮਸ ਤਾਂ ਰੈਗੂਲਰਲੀ ਦੇਣੇ ਪੈਣਗੇ। ਤਾਂ ਇਟਸ ਆਲਵੇਜ਼ ਬੈਟਰ ਕਿ ਤੁਸੀਂ ਆਪਣੇ ਆਪ ਨੂੰ ਇਹੋ ਜਿਹੇ ਲਾਈਫ ਇਵੈਂਟਸ ਦੇ ਨਾਲ ਕੰਫਰਟੇਬਲ ਕਰ ਲਓ ਜਿਹੜਾ ਕਿ ਇੱਕ ਰੈਗੂਲਰ ਫੀਚਰ ਹੈ ਜ਼ਿੰਦਗੀ ਦਾ। ਐਗਜ਼ਾਮ ਬੇਸਿਕਲੀ ਹੈ ਕਿ ਜੋ ਤੁਹਾਡੀ ਉਸ ਟਾਈਮ ਦੀ ਰਿਕੁਆਇਰਮੈਂਟ ਹੈ, ਉਹਦੇ ਤੇ ਤੁਹਾਨੂੰ ਟੈਸਟ ਕੀਤਾ ਜਾ ਰਿਹਾ ਹੈ ਕਿ ਤੁਸੀਂ ਇਸ ਚੀਜ਼ ਦੇ ਕਿੰਨੇ ਕੁ ਕਾਬਿਲ ਹੈਗੇ ਹੋ। ਮੰਨਿਆ ਇਹ ਇੱਕ ਕਾਬਲੀਅਤ ਦਾ ਟੈਸਟ ਹੈ, ਐਗਜ਼ਾਮ ਇੱਕ ਕਾਬਲੀਅਤ ਦਾ ਟੈਸਟ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਇਹੀ ਤੁਹਾਡੀ ਕਾਬਲੀਅਤ ਡਿਸਾਈਡ ਕਰਦੇ ਨੇ। ਜਿਹੜੇ ਬੱਚੇ ਡੇ 1 ਤੋਂ ਸਿਲੇਬਸ ਫੋਲੋ ਕਰਦੇ ਨੇ, ਉਹਨੂੰ ਰਿਵਾਈਜ਼ ਕਰਦੇ ਨੇ, ਉਹਨਾਂ ਨੂੰ ਤਕਰੀਬਨ ਦੇਖਿਆ ਗਿਆ ਹੈ, ਰਿਸਰਚ ਬੇਸਡ ਹੈ ਇਹ, ਕਿ ਉਹਨਾਂ ਨੂੰ ਬਹੁਤ ਜ਼ਿਆਦਾ ਐਗਜ਼ਾਮ ਸਟ੍ਰੈਸ ਨਹੀਂ ਹੁੰਦਾ ਜਾਂ ਉਹਨਾਂ ਨੂੰ ਬਹੁਤ ਜ਼ਿਆਦਾ ਐਗਜ਼ਾਮ ਫੋਬੀਆ ਨਹੀਂ ਹੁੰਦਾ। ਪਰ ਇੱਥੇ ਪੈਰੈਂਟਿੰਗ ਦਾ ਰੋਲ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਬੱਚੇ ਦੇ ਮਨ ਵਿੱਚ ਐਜ਼ ਪੈਰੈਂਟਸ ਇਸ ਗੱਲ ਨੂੰ ਨਿਊਟਰਲਾਈਜ਼ ਕਰਨਾ ਹੈ, ਇਸ ਗੱਲ ਨੂੰ ਬਿਲਕੁਲ ਇੱਕ ਨੋਰਮਲ ਜਿਹੀ ਗੱਲ ਬਣਾ ਦੇਣਾ ਹੈ ਦੈਟ ਐਗਜ਼ਾਮਸ ਲਾਈਫ ਦਾ ਇੱਕ ਨੋਰਮਲ ਪਾਰਟ ਨੇ, ਤੇ ਤੁਹਾਡੀ ਜਿਹੜੀ ਸੈਲਫ ਵਰਥ ਹੈ ਕਿ ਤੁਸੀਂ ਐਜ਼ ਅ ਹਿਊਮਨ, ਐਜ਼ ਅ ਚਾਈਲਡ, ਤੁਸੀਂ ਇਸ ਗੱਲ ਤੇ ਡਿਪੈਂਡੈਂਟ ਨਹੀਂ ਹੋ ਕਿ ਐਗਜ਼ਾਮਸ ਵਿੱਚ ਤੁਹਾਡੇ ਕਿੰਨੇ ਮਾਰਕਸ ਆਏ। ਤੁਸੀਂ ਆਪਣਾ ਬੈਸਟ ਦਿਓ ਐਗਜ਼ਾਮਸ ਦੇ ਵਿੱਚ। ਉਹਦੇ ਵਿੱਚ ਬੱਚੇ ਦੀ ਡਾਈਟ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ ਕਿ ਉਹਨੂੰ ਪ੍ਰੋਪਰ ਟਾਈਮ ਤੇ ਨਿਊਟ੍ਰੀਸ਼ਨ ਮਿਲ ਰਿਹਾ ਹੈ, ਜਿਸ 'ਚ ਓਮੇਗਾ 3 ਫੈਟੀ ਐਸਿਡਸ, ਓਮੇਗਾ 6 ਫੈਟੀ ਐਸਿਡਸ, ਜੋ ਕਿ ਤਕਰੀਬਨ ਆਪਾਂ ਨੂੰ ਅਲੱਗ-ਅਲੱਗ ਤਰੀਕੇ ਦੇ ਨਟਸ, ਅਲੱਗ-ਅਲੱਗ ਤਰੀਕੇ ਦੇ ਸੀਡਸ ਤੋਂ ਮਿਲਦੇ ਨੇ। ਬੱਚੇ ਨੂੰ ਪ੍ਰੋਟੀਨ ਰਿਚ ਡਾਈਟ ਮਿਲ ਰਹੀ ਹੈ। ਇਸ ਤੋਂ ਇਲਾਵਾ ਉਹ ਸਿਰਫ ਪੜ੍ਹਾਈ ਤੇ ਤਾਂ ਨਹੀਂ ਫੋਕਸ ਕਰ ਰਿਹਾ ਕਿ ਉਹ ਪ੍ਰੋਪਰਲੀ ਆਪਣੀ ਨੀਂਦ ਲੈ ਰਿਹਾ ਹੈ, ਕਿ ਉਹ 7 ਤੋਂ 8 ਘੰਟੇ ਦੀ ਨੀਂਦ ਲੈ ਰਹੇ ਹੈ, ਤਾਂ ਜਿੰਨਾ ਉਹ ਟਾਈਮ ਪੜ੍ਹਾਈ ਤੇ ਲਗਾ ਰਹੇ ਨੇ ਕਿ ਉਸ ਟਾਈਮ ਦੇ ਵਿੱਚ ਉਹਨਾਂ ਨੂੰ ਕੋਈ ਬ੍ਰੇਕ ਮਿਲ ਰਹੀ ਹੈ ਇਹੋ ਜੀ। ਕਿਉਂਕਿ ਜੇ ਇਹ ਵੀ ਰਿਸਰਚ ਬੇਸਡ ਹੈ ਜੀ ਕਿ ਜੇ ਕੰਟੀਨਿਊਅਸਲੀ ਪੜ੍ਹਾਈ ਕੀਤੀ ਜਾਵੇ ਵਿਦਆਊਟ ਐਨੀ ਬ੍ਰੇਕ, ਤਾਂ ਜਿਹੜੀ ਜੋ ਬੱਚੇ ਨੇ ਪੜ੍ਹਿਆ ਉਹ ਲੌਂਗ ਟਰਮ ਮੈਮਰੀ ਦੇ ਵਿੱਚ ਜਾ ਕੇ ਬਹੁਤ ਇੱਕ ਕ੍ਰਿਸਟਲਾਈਜ਼ ਤਰੀਕੇ ਨਾਲ ਰਜਿਸਟਰ ਨਹੀਂ ਹੁੰਦਾ। ਜਿਹੜੀ ਕੋਈ ਵੀ ਬ੍ਰੇਕ ਹੈ, ਚਾਹੇ ਤੁਸੀਂ ਉਹਦੇ ਵਿੱਚ ਕੋਈ ਅੱਧਾ ਘੰਟਾ ਗੇਮ ਖੇਡਦੇ ਹੋ ਜਾਂ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਬੱਚਾ ਬੈਠਦਾ ਹੈ, ਉਹ ਜਿਹੜੀ ਬ੍ਰੇਕ ਹੈ ਉਹ ਉਹਦੇ ਲਈ ਇੱਕ ਉਸ ਜੋ ਉਹਨੇ ਪੜ੍ਹਿਆ ਉਹਨੂੰ ਕੰਸੋਲੀਡੇਟ ਕਰਨ ਦਾ ਕੰਮ ਕਰੇਗੀ, ਉਹਨੂੰ ਕ੍ਰਿਸਟਲਾਈਜ਼, ਉਹਨੂੰ ਚੰਗੀ ਤਰ੍ਹਾਂ ਯਾਦ ਕਰਨ ਦਾ ਕੰਮ ਕਰੇਗੀ ਕਿ ਬੱਚਾ ਸਿਰਫ ਇੱਕ ਵਾਰੀ ਪੜ੍ਹ ਕੇ ਤਾਂ ਨਹੀਂ ਛੱਡ ਰਿਹਾ, ਕਿ ਉਹਨੂੰ ਰਿਵਾਈਜ਼ ਕਰ ਰਿਹਾ ਜਾਂ ਨਹੀਂ ਕਰ ਰਿਹਾ। ਇਹ ਸਾਰੀਆਂ ਗੱਲਾਂ ਬੱਚੇ ਨੂੰ ਨਹੀਂ ਪਤਾ, ਇਹ ਉਹਨਾਂ ਨੂੰ ਸਿਖਾਉਣੀਆਂ ਪੈਣਗੀਆਂ। ਐਜ਼ ਪੇਰੈਂਟਸ, ਐਜ਼ ਟੀਚਰਸ, ਇਹ ਬੜਾ ਆਪਣਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਇਸ ਪਾਸੇ ਗਾਈਡ ਕੀਤਾ ਜਾਏ। ਤੇ ਜਦੋਂ ਉਹਨਾਂ ਦੇ ਨਿਊਟ੍ਰੀਸ਼ਨ ਦਾ ਧਿਆਨ ਰੱਖਿਆ ਜਾਂਦਾ ਹੈ, ਜਦੋਂ ਉਹਨਾਂ ਦੀ ਪ੍ਰੋਪਰ ਸਲੀਪ ਦਾ ਧਿਆਨ ਰੱਖਿਆ ਜਾਂਦਾ ਹੈ, ਉਹਨਾਂ ਦੇ ਬ੍ਰੇਕ ਟਾਈਮ ਦਾ ਧਿਆਨ ਰੱਖਿਆ ਜਾਂਦਾ ਹੈ, ਉਹਨਾਂ ਨੂੰ ਰਿਵੀਜ਼ਨ ਬਾਰੇ ਯਾਦ ਕਰਵਾਇਆ ਜਾਂਦਾ ਹੈ, ਉਹਨਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਐਕਟਿਵ ਰੀਕਾਲ ਨਾਮ ਦੀ ਕੋਈ ਚੀਜ਼ ਹੁੰਦੀ ਹੈ। ਤੁਸੀਂ ਜੇ ਇੱਕ ਚੈਪਟਰ ਪੜ੍ਹ ਲਿਆ ਜਾਂ ਤੁਸੀਂ 4 ਚੈਪਟਰ ਪੜ੍ਹ ਲਏ, ਤੁਸੀਂ ਆਪਣੇ ਆਪ ਨੂੰ ਟੈਸਟ ਕਿਵੇਂ ਕਰਨਾ ਹੈ, ਕਿਉਂਕਿ ਜ਼ਿੰਦਗੀ ਦੇ ਸਵਾਲ ਜਿਸ ਤਰੀਕੇ ਨਾਲ ਉਹ ਹੁੰਦੇ ਨੇ ਜੋ ਆਪਾਂ ਐਕਸਪੈਕਟ ਨਹੀਂ ਕੀਤੇ ਹੁੰਦੇ, ਉਵੇਂ ਕੁਐਸਚਨ ਪੇਪਰ ਵਿੱਚ ਵੀ ਕਈ ਵਾਰੀ ਇਹੋ ਜਿਹੇ ਸਵਾਲ ਹੁੰਦੇ ਨੇ ਜੋ ਕਿ ਬੱਚੇ ਨੇ ਐਕਸਪੈਕਟ ਨਹੀਂ ਕੀਤੇ ਹੁੰਦੇ। ਤਾਂ ਜੋ ਪੁਰਾਣੇ ਜਿਹੜੇ ਟੈਸਟ ਪੇਪਰਸ ਨੇ, ਮਾਡਲ ਟੈਸਟ ਪੇਪਰਸ ਨੇ, ਬੱਚਿਆਂ ਨੂੰ ਪ੍ਰੋਵਾਈਡ ਕਰਵਾਓ, ਉਹਨਾਂ ਨੂੰ ਦੱਸੋ ਕਿ ਅਲੱਗ-ਅਲੱਗ ਤਰੀਕੇ ਦੇ ਕੁਐਸਚਨਸ ਆਉਂਦੇ ਨੇ। ਇਹ ਉਹ ਸਟੈਪਸ ਨੇ ਜਿਨ੍ਹਾਂ ਦੇ ਨਾਲ ਨਾ ਸਿਰਫ ਤੁਸੀਂ ਬੱਚੇ ਨੂੰ ਮਿਹਨਤ ਕਰਨਾ ਸਿਖਾ ਰਹੇ ਹੋ, ਬਲਕਿ ਉਹਦਾ ਸਟ੍ਰੈਸ, ਉਹਦਾ ਫੀਅਰ, ਉਹਨੂੰ ਵੀ ਤੁਸੀਂ ਕਾਫੀ ਹੱਦ ਤੱਕ ਅੰਡਰ ਕੰਟਰੋਲ ਰੱਖ ਸਕਦੇ ਹੋ ਤੇ ਬੱਚਾ ਇੱਕ ਕੌਨਫੀਡੈਂਟ ਬੀਇੰਗ ਦੀ ਤਰ੍ਹਾਂ ਐਗਜ਼ਾਮਸ ਵਿੱਚ ਜਾ ਕੇ ਅਪੀਅਰ ਹੋਏਗਾ। ਆਈ ਕੈਨ ਟੇਕ ਗਾਰੰਟੀ ਆਫ ਦੈਟ। ਬਹੁਤ ਵਧੀਆ ਜੀ, ਤੁਸੀਂ ਦੱਸਿਆ ਕਿ ਕਿਵੇਂ ਬੱਚੇ ਜੋ ਨੇ ਉਹ ਐਗਜ਼ਾਮ ਦੇ ਵਿੱਚ ਆਪਣੇ ਆਪ ਨੂੰ ਫ੍ਰੀ ਮਾਈਂਡ ਰੱਖ ਸਕਦੇ ਨੇ। ਡਰ ਛੋਟੀ-ਛੋਟੀ ਚੀਜ਼ਾਂ ਤੋਂ ਵੀ ਵੱਡਾ ਰੂਪ ਧਾਰਨ ਕਰ ਲੈਂਦਾ ਹੈ। ਸੈਲਫ ਟਾਕ ਦੀ ਗੱਲ ਕਰੀਏ, ਇਸ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਜਿਹੜੀਆਂ ਮਨ ਦੀਆਂ ਪਰਤਾਂ ਨੇ, ਉਹਨਾਂ ਚੋਂ ਸਬਕੌਂਸ਼ੀਅਸ ਮਾਈਂਡ ਦਾ ਜਿਹੜਾ ਰੋਲ ਹੈ ਕਿਸੇ ਵੀ ਇਨਸਾਨ ਦਾ ਵਿਅਕਤਿਤਵ ਸ਼ੇਪ ਕਰਨ ਦੇ ਵਿੱਚ, ਉਹਨੂੰ ਇੱਕ ਆਕਾਰ ਦੇਣ ਦੇ ਵਿੱਚ ਸਬਕੌਂਸ਼ੀਅਸ ਮਾਈਂਡ ਦਾ ਬਹੁਤ ਵੱਡਾ ਰੋਲ ਹੈ। ਸਬਕੌਂਸ਼ੀਅਸ ਮਾਈਂਡ ਕਦੇ ਵੀ ਕੁਝ ਨਹੀਂ ਭੁੱਲਦਾ। ਤੁਸੀਂ ਚਾਹੇ ਸਾਈਕਲਿੰਗ ਜਿਵੇਂ ਬਚਪਨ 'ਚ ਸਿੱਖੀ ਹੋਵੇ ਤੇ ਉਸ ਤੋਂ ਬਾਅਦ ਜੇ ਤੁਸੀਂ ਛੱਡ ਦੋ ਔਰ 15-20 ਸਾਲਾਂ ਬਾਅਦ ਜੇ ਤੁਸੀਂ ਉਹਨੂੰ ਦੁਬਾਰਾ ਪਿਕ ਕਰੋ
ਤਾਂ 2-4 ਦਿਨਾਂ ਦੇ ਵਿੱਚ ਹੀ ਤੁਸੀਂ ਸਾਈਕਲਿੰਗ ਦੁਬਾਰਾ ਕਰਨੀ ਸ਼ੁਰੂ ਕਰ ਸਕਦੇ ਹੋ ਜੀ। ਤੁਸੀਂ ਇਵਨ ਜਿਹੜੀਆਂ ਰਿਸਰਚ ਸਟੱਡੀਜ਼ ਨੇ ਉਹਨਾਂ ਨੇ ਇਹ ਸ਼ੋ ਕੀਤਾ ਹੈ ਕਿ ਜਿਹੜੇ ਐਮਨੀਜ਼ੀਆ ਦੇ ਪੇਸ਼ੈਂਟਸ ਨੇ, ਜਿਨ੍ਹਾਂ ਦੀ ਯਾਦਦਾਸ਼ਤ ਚਲੀ ਜਾਂਦੀ ਹੈ ਕਿਸੇ ਵੀ ਕਾਰਨ ਕਰਕੇ, ਉਹ ਲਿਖਣਾ ਨਹੀਂ ਭੁੱਲਦੇ, ਉਹ ਬੋਲਣਾ ਨਹੀਂ ਭੁੱਲਦੇ। ਇਹਦਾ ਰੀਜ਼ਨ ਸਬਕੌਂਸ਼ੀਅਸ ਮਾਈਂਡ ਦੀ ਪਾਵਰ ਹੈ ਕਿ ਜੋ ਇਨਸਟਰਕਸ਼ਨ ਸਬਕੌਂਸ਼ੀਅਸ ਮਾਈਂਡ ਨੂੰ ਕਿਸੇ ਟਾਈਮ ਤੇ ਮਿਲ ਗਈਆਂ ਸੀਗੀਆਂ, ਉਹਨਾਂ ਨੇ ਉਹਨਾਂ ਇਨਸਟਰਕਸ਼ਨਸ ਨੂੰ ਐਸ ਸੱਚ ਰੱਖਿਆ ਹੋਇਆ, ਉਹਨਾਂ ਨੂੰ ਭੁੱਲਿਆ ਨਹੀਂ ਹੈਗਾ। ਇਸੇ ਤਰੀਕੇ ਨਾਲ ਜਦੋਂ ਬੱਚਾ ਵੱਡਾ ਹੋ ਰਿਹਾ ਹੁੰਦਾ ਹੈ ਤਾਂ ਅਲੱਗ-ਅਲੱਗ ਚੀਜ਼ਾਂ ਦਾ ਡਰ ਜਦੋਂ ਉਹਦੇ ਮਨ ਵਿੱਚ ਬੈਠਣਾ ਸ਼ੁਰੂ ਹੁੰਦਾ ਹੈ, ਤੇ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜੇ ਇਹਨਾਂ ਨੂੰ ਕੱਢਿਆ ਨਾ ਜਾਵੇ, ਇਹਦੀ ਪ੍ਰੋਪਰ ਬੱਚੇ ਨੂੰ ਇਹਨੂੰ ਨਾ ਤਾਂ ਕਾਉਂਸਲ ਕੀਤਾ ਜਾਵੇ, ਨਾ ਉਹਨੂੰ ਪ੍ਰੋਪਰਲੀ ਗਾਈਡ ਕੀਤਾ ਜਾਏ, ਤਾਂ ਉਹ ਜਿਹੜੀਆਂ ਨਿਊਟਰਲ ਜੀਆਂ ਚੀਜ਼ਾਂ ਹੁੰਦੀਆਂ ਨੇ, ਜਿਹੜੀਆਂ ਆਮ ਤੌਰ ਰੋਜ਼ਾਨਾ ਜ਼ਿੰਦਗੀ ਦੀਆਂ ਚੀਜ਼ਾਂ ਹੁੰਦੀਆਂ ਨੇ, ਉਹ ਉਹਦੇ ਲਈ ਉਹਦੇ ਮਨ ਵਿੱਚ ਡਰ ਦਾ ਰੂਪ ਲੈ ਲੈਂਦੀਆਂ ਨੇ। ਇਸ ਲਈ ਇਹ ਬੜਾ ਜ਼ਰੂਰੀ ਹੈ ਕਿ ਜਿਹੜੇ ਬੱਚੇ ਦੀ ਜ਼ਿੰਦਗੀ ਦੇ ਪਹਿਲੇ 5 ਸਾਲ ਨੇ, ਉਹਨਾਂ 5 ਸਾਲਾਂ ਦੇ ਵਿੱਚ ਬੱਚੇ ਦਾ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ, ਉਹਦੀ ਪਰਸਨੈਲਿਟੀ ਹੈ, ਉਹਦੇ ਲਾਈਕਸ ਡਿਸਲਾਈਕਸ ਸਾਰਾ ਕੁਝ ਸ਼ੇਪ ਹੋ ਰਿਹਾ ਹੈ। ਉਸ ਟਾਈਮ ਤੇ ਜਿਹੜੀਆਂ ਚੀਜ਼ਾਂ ਤੋਂ ਉਹਨੂੰ ਡਰ ਲੱਗ ਰਿਹਾ ਹੈ, ਐਂਡ ਐਜ਼ ਅ ਪੈਰੈਂਟ, ਐਜ਼ ਅ ਟੀਚਰ, ਐਜ਼ ਅ ਮੈਂਟੋਰ ਤੁਸੀਂ ਉਸ ਨੂੰ ਪਿਕ ਕਰ ਰਹੇ ਹੋ, ਤਾਂ ਉਹਨਾਂ ਤੇ ਕੰਮ ਕਰਨਾ ਬੜਾ ਜ਼ਰੂਰੀ ਹੈ। ਜੇ ਉਹਨੂੰ ਦੱਸਿਆ ਜਾਏ ਕਿ ਇਹ ਜੇ ਸੇਫਟੀ ਮੈਜਰਸ ਲੈ ਕੇ ਜੇ ਤੁਸੀਂ ਪਾਣੀ 'ਚ ਉਤਰੋ, ਤੁਸੀਂ ਇੱਕ ਕੋਚ ਦੀ ਹੈਲਪ ਨਾਲ ਪਾਣੀ 'ਚ ਉਤਰੋ, ਤਾਂ ਪਾਣੀ ਡਰਾਵਨਾ ਨਹੀਂ ਹੈ। ਜੇ ਤੁਸੀਂ ਸੇਫਟੀ ਮੈਜਰਸ ਲੈ ਕੇ ਉਚਾਈ ਤੇ ਜਾਓ, ਤਾਂ ਉੱਚੇ ਪਹਾੜ ਤੇ ਚੜਨਾ ਜਾਂ ਕਿਸੇ ਵੀ ਉੱਚੀ ਬਿਲਡਿੰਗ ਤੇ ਜਾਣਾ ਡੇਂਜਰਸ ਨਹੀਂ ਹੈ ਜੀ। ਇਸੇ ਤਰੀਕੇ ਨਾਲ ਕਿਉਂਕਿ ਮਨ ਦੇ ਵਿੱਚ, ਜਿਵੇਂ ਕਿ ਮੈਂ ਸਬਕੌਂਸ਼ੀਅਸ ਮਾਈਂਡ ਦੀ ਗੱਲ ਕੀਤੀ, ਤਾਂ ਮਨ ਦੇ ਵਿੱਚ ਨਾ ਇਨਸਾਨ ਦੀ ਸੈਲਫ ਟਾਕ ਹਰ ਵੇਲੇ ਚੱਲੀ ਜਾ ਰਹੀ ਹੁੰਦੀ ਹੈ। ਸੈਲਫ ਟਾਕ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਇਹਨੂੰ ਉਸ ਤਰੀਕੇ ਨਾਲ ਲਈਏ ਕਿ ਆਪਣੇ ਆਪ ਨਾਲ ਗੱਲਾਂ ਕਰੀ ਜਾਣਾ। ਇੱਕ ਇਨਸਾਨ ਦੀ ਪਰਸਨੈਲਿਟੀ ਦਾ ਉਹ ਐਸਪੈਕਟ ਜਿਹਦੇ ਵਿੱਚ ਉਹ ਆਪਣੇ ਆਪ ਨੂੰ ਸ਼ਾਬਾਸ਼ੀ ਵੀ ਦਿੰਦਾ ਹੈ, ਜਿਹਦੇ 'ਚ ਉਹ ਆਪਣੇ ਆਪ ਨਾਲ ਗੱਲਾਂ ਵੀ ਕਰਦਾ ਹੈ, ਜਿੱਥੇ ਉਹ ਆਪਣੀ ਡਿਸੀਜਨ ਮੇਕਿੰਗ ਵੀ ਕਰਦਾ ਹੈ, ਜਿੱਥੇ ਉਹ ਆਪਣੀਆਂ ਪ੍ਰੋਬਲਮਸ ਵੀ ਸੋਲਵ ਕਰਦਾ ਹੈ। ਇਹ ਉਹ ਮੈਂਟਲ ਏਜੰਸੀ ਹੈ ਕਿ ਜਿੱਥੇ ਤੁਹਾਡਾ ਕਲਚਰ, ਤੁਹਾਡਾ ਵੈਲਿਊ ਸਿਸਟਮ ਜੋ ਤੁਸੀਂ ਸਿੱਖਿਆ ਹੁਣ ਤੱਕ, ਤੁਹਾਡੀ ਹੋਰ ਜਿੰਨੀਆਂ ਵੀ ਤਰੀਕੇ ਦੀਆਂ ਚੀਜ਼ਾਂ ਜਿਸ 'ਚ ਕਿ ਤੁਹਾਡੀ ਪ੍ਰੋਬਲਮ ਸੋਲਵਿੰਗ, ਡਿਸੀਜਨ ਮੇਕਿੰਗ, ਤੁਹਾਡੀ ਕੋਗਨੀਟਿਵ ਬਿਲੀਫ ਸਿਸਟਮ, ਸਾਰਾ ਕੁਝ ਆ ਜਾਂਦਾ ਹੈ। ਉਹ ਤੁਹਾਡੀ ਸੈਲਫ ਟਾਕ ਦਾ ਰੂਪ ਲੈਂਦੀ ਹੈ। ਤੁਸੀਂ ਆਪ ਵੀ ਮਹਿਸੂਸ ਕੀਤਾ ਹੋਣਾ ਕਿਤੇ ਨਵੀਂ ਜਗ੍ਹਾ ਤੇ ਜਾਂਦੇ ਹੋਏ, ਜਦੋਂ ਤੁਸੀਂ ਆਪਣੇ ਆਪ ਨਾਲ ਗੱਲਾਂ ਕਰਦੇ ਜਾਂਦੇ ਹੋ ਕਿ ਪਤਾ ਨਹੀਂ ਉੱਥੇ ਕੌਣ ਹੋਏਗਾ, ਪਤਾ ਨਹੀਂ ਕਿਸ ਤਰੀਕੇ ਦੇ ਲੋਕ ਹੋਣਗੇ, ਪਤਾ ਨਹੀਂ ਇਹ ਨਵੀਂ ਜੌਬ ਕਿਵੇਂ ਦੀ ਹੋਏਗੀ, ਪਤਾ ਨਹੀਂ ਅੱਜ ਮੈਮ ਮੇਰੇ ਨਾਲ ਕਿਸ ਮੋਡ 'ਚ ਗੱਲ ਕਰਨਗੇ। ਇਹ ਜਿਹੜੀਆਂ ਸਾਰੀਆਂ ਗੱਲਾਂ ਹੁੰਦੀਆਂ ਨੇ, ਤੁਸੀਂ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾਂਦੇ ਹੋ, ਕੁਐਸਚਨ ਵੀ ਪੁੱਛੀ ਜਾਂਦੇ ਹੋ, ਤੇ ਜਵਾਬ ਵੀ ਤੁਹਾਡੇ ਕੋਲ ਆਪਣੇ ਆਪ ਹੀ ਹੁੰਦੇ ਨੇ। ਨਹੀਂ ਅੱਜ ਵਾਲਾ ਜਿਹੜਾ ਪ੍ਰੋਗਰਾਮ ਹੈ ਉਹ ਤਾਂ ਇਸ ਤਰ੍ਹਾਂ ਕਰਨਾ ਹੈ, ਇਸ ਤਰ੍ਹਾਂ ਕਰਨਾ ਹੈ। ਜਿਹੜੀ ਇਹ ਸੈਲਫ ਟਾਕ ਹੁੰਦੀ ਹੈ, ਇਹਨੂੰ ਸ਼ੇਪ ਕਰਨਾ ਵੀ ਕਿਤੇ ਨਾ ਕਿਤੇ ਬਚਪਨ 'ਚ ਹੀ ਬੱਚਾ ਸਿੱਖ ਲੈਂਦਾ ਹੈ। ਜੇ ਤਾਂ ਉਹਦੀ ਸੈਲਫ ਟਾਕ ਹਰ ਵੇਲੇ ਇਸੀ ਗੱਲ ਦੇ ਅਰਾਊਂਡ ਸੈਂਟਰ ਕਰੇਗੀ ਕਿ ਇਹ ਕੰਮ ਮੇਰੇ ਤੋਂ ਨਹੀਂ ਹੋਣਾ, ਇਹ ਤਾਂ ਬਹੁਤ ਔਖਾ ਹੈ, ਇਹ ਤਾਂ ਉਹਨਾਂ ਨੇ ਤਾਂ ਕਰ ਲਿਆ ਸੀ ਪਰ ਮੈਨੂੰ ਤਾਂ ਇੰਨਾ ਕੁਝ ਆਂਦਾ ਹੀ ਨਹੀਂ, ਤਾਂ ਜਿਹੜੀ ਇਹ ਤੁਹਾਡਾ ਬਿਹੇਵੀਅਰ ਹੈ ਉਹ ਹਮੇਸ਼ਾ ਸੈਲਫ ਡਿਫੀਟਿੰਗ ਬਿਹੇਵੀਅਰ ਰਹੇਗਾ। ਪਰ ਜੇ ਤੁਹਾਡੀ ਸੈਲਫ ਟਾਕ ਇੱਕ ਪੋਜ਼ਿਟਿਵ ਸੈਲਫ ਟਾਕ ਹੋਏਗੀ ਕਿ ਕੋਸ਼ਿਸ਼ ਕਰਦੇ ਹਾਂ, ਦੇਖਦੇ ਹਾਂ, ਮੈਂ ਆਪਣੇ ਫਰੈਂਡਸ ਤੋਂ ਹੈਲਪ ਲੈ ਲੈਣਾ, ਮੈਂ ਆਪਣੇ ਟੀਚਰਸ ਤੋਂ ਪੁੱਛਦਾ, ਮੈਂ ਆਪਣੇ ਪੇਰੈਂਟਸ ਤੋਂ ਪੁੱਛਦਾ, ਸ਼ਾਇਦ ਉਹਨਾਂ ਨੇ ਇਹ ਕੰਮ ਕੀਤਾ ਹੋਏ, ਮੈਂ ਪੜ੍ਹ ਲੂੰਗਾ, ਲੈਟ ਮੀ ਗੂਗਲ ਇਟ। ਅੱਜ ਕੱਲ੍ਹ ਤਾਂ ਬੱਚਿਆਂ ਕੋਲ ਇੰਨੀ ਟੈਕਨੋਲੋਜੀ ਦਾ ਜਿਹੜਾ ਇੰਨੀ ਉਹਨਾਂ ਕੋਲ ਐਡਵਾਂਟੇਜ ਹੈ ਕਿ ਜਿਹਦਾ ਕੋਈ ਹੱਦ ਹਿਸਾਬ ਨਹੀਂ ਹੈ। ਉਹ ਟੈਕਨੋਲੋਜੀ ਨੂੰ ਜਿਸ ਤਰੀਕੇ ਨਾਲ ਚਾਹਣ ਉਸ ਤਰੀਕੇ ਨਾਲ ਯੂਜ਼ ਕਰ ਸਕਦੇ ਨੇ। ਤਾਂ ਇੱਥੇ ਸੈਲਫ ਟਾਕ ਲਈ ਕਿਉਂ ਨਹੀਂ, ਉਹ ਆਪਣੇ ਆਪ ਨੂੰ ਇੰਨਾ ਕੁ ਇਕੁਇਪ ਕਰਨ, ਇੰਨਾ ਕੁ ਆਪਣੇ ਆਪ ਨੂੰ ਇਸ ਲਾਇਕ ਬਣਾਉਣ ਕਿ ਜੇ ਕੋਈ ਵੀ ਕੰਮ ਹੈ, ਕੋਈ ਵੀ ਐਗਜ਼ਾਮ ਹੈ, ਕੁਝ ਵੀ ਉਹਨਾਂ ਨੇ ਨਵਾਂ ਐਕਸਪੀਰੀਅੰਸ ਕਰਨਾ ਹੈ, ਤਾਂ ਆਪਣੇ ਆਪ ਨੂੰ ਇਹ ਦੱਸਣ ਦੀ ਬਜਾਏ ਕਿ ਇਹ ਤਾਂ ਮੈਂ ਪਹਿਲਾਂ ਕਦੇ ਕੀਤਾ ਨਹੀਂ, ਪਤਾ ਨਹੀਂ ਹੋਏਗਾ ਜਾਂ ਨਹੀਂ, ਇਹਦੀ ਬਜਾਏ ਇਹ ਸੋਚਣਾ ਕਿ ਇੱਥੇ ਮਿਹਨਤ ਕੀਤੀ ਜਾ ਸਕਦੀ ਹੈ, ਇੱਕ ਦੋ ਗਲਤੀਆਂ ਹੋਣਗੀਆਂ, ਉਹਨਾਂ ਗਲਤੀਆਂ ਨੂੰ ਰਿਪੀਟ ਨਾ ਕਰਨ ਬਾਰੇ ਸੋਚ ਕੇ ਲੈਟ ਮੀ ਟਰਾਈ ਇਟ। ਮਤਲਬ ਕਿ ਮਨ ਦੀ ਧਾਰਨਾ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ, ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਉਸ ਤੋਂ ਬਿਨਾ ਕੌਨਫੀਡੈਂਸ ਬੇਸਿਕਲੀ ਕੀ ਹੈ, ਇੱਥੋਂ ਹੀ ਤਾਂ ਕੌਨਫੀਡੈਂਸ ਆਏਗਾ। ਤੇ ਜਿਹੜਾ ਇੱਕ ਅਸਰਟਿਵ ਬਿਹੇਵੀਅਰ ਹੁੰਦਾ ਹੈ
ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਦੂਜਿਆਂ ਨੂੰ ਕੁਝ ਨਹੀਂ ਆਉਂਦਾ, ਪਰ ਅਸਰਟਿਵ ਬਿਹੇਵੀਅਰ ਦਾ ਮਤਲਬ ਇਹ ਹੈ ਕਿ ਜਿੰਨਾ ਕੁ ਮੈਂ ਸਿੱਖਿਆ ਉਨਾ ਕੁ ਮੈਂ ਜ਼ਰੂਰ ਚੰਗੀ ਤਰ੍ਹਾਂ ਐਗਜ਼ੀਕਿਊਟ ਕਰਾਂ। ਆਪਣੇ ਆਪ ਨੂੰ ਸਟ੍ਰੈਸ ਫ੍ਰੀ ਰੱਖਣ ਦੇ ਲਈ ਅਸੀਂ ਕੁਝ ਰਿਲੈਕਸੇਸ਼ਨ ਐਕਸਰਸਾਈਜ਼ ਵੀ ਕਰ ਸਕਦੇ ਹਾਂ। ਰੋਮਨ ਜੀ, ਕਿਉਂਕਿ ਆਪਾਂ ਰਿਲੈਕਸੇਸ਼ਨ ਟੈਕਨੀਕਸ ਦੀ ਗੱਲ ਕਰ ਰਹੇ ਹਾਂ ਤਾਂ ਜੀ, ਡਾਕਟਰ ਇੱਥੇ ਸਾਹਿਬ। ਆਪਾਂ ਅੱਜ ਇੱਕ ਰਿਲੈਕਸੇਸ਼ਨ ਐਕਸਰਸਾਈਜ਼ ਨਾਲੇ ਕਰਾਂਗੇ, ਨਾਲੇ ਦਰਸ਼ਕਾਂ ਨੂੰ ਵੀ ਕਰਕੇ ਦਿਖਾਵਾਂਗੇ ਔਰ ਦਰਸ਼ਕ ਵੀ ਇਹ ਐਕਸਰਸਾਈਜ਼ ਨਾਲ ਕਰਨ ਤਾਂ ਕਿ ਉਹ ਇਸ ਚੀਜ਼ ਨੂੰ ਨਾ ਸਿਰਫ ਸਿੱਖਣ ਬਲਕਿ ਫਰਕ ਵੀ ਮਹਿਸੂਸ ਕਰਨ। ਜੀ ਰੋਮਨ ਜੀ, ਤੁਸੀਂ ਆਪਣੀ ਬਿਲਕੁਲ ਪਿੱਠ ਸਿੱਧੀ ਕਰਕੇ ਬੈਠ ਜਾਓ। ਤੁਸੀਂ ਕੰਫਰਟੇਬਲ ਪੋਜੀਸ਼ਨ 'ਚ ਬੈਠ ਜਾਓ। ਅੱਖਾਂ ਬੰਦ ਕਰ ਲਓ ਪਲੀਜ਼। ਆਪਣੇ ਸਾਹ ਦੇ ਨਾਲ ਕਨੈਕਟ ਕਰੋ, ਆਪਣੇ ਸਾਹ ਦੇ ਨਾਲ ਜੁੜੋ। ਮਹਿਸੂਸ ਕਰੋ ਉਸ ਸਾਹ ਨੂੰ ਜੋ ਤੁਹਾਡੇ ਨੱਕ ਰਾਹੀਂ ਤੁਹਾਡੇ ਸਰੀਰ ਦੇ ਅੰਦਰ ਜਾ ਰਿਹਾ ਹੈ। ਇਹ ਸਾਹ ਤੁਹਾਡੇ ਸਾਰੇ ਸਰੀਰ ਨੂੰ ਊਰਜਾ ਪ੍ਰਦਾਨ ਕਰ ਰਿਹਾ ਹੈ। ਸ਼ੁਕਰਾਨਾ ਕਰੋ ਇਸ ਸਾਹ ਦਾ ਜਿਨੇ ਤੁਹਾਨੂੰ ਜੀਵਨ ਪ੍ਰਦਾਨ ਕੀਤਾ ਹੋਇਆ ਹੈ। ਆਪਣੇ ਸਾਹ ਨਾਲ ਜੁੜਾਵ ਮਹਿਸੂਸ ਕਰੋ। ਹੁਣ ਮੈਂ 1 ਤੋਂ 4 ਤੱਕ ਗਿਣਤੀ ਗਿਣਾਂਗੀ ਤੇ ਤੁਸੀਂ 1 ਤੋਂ 4 ਦੇ ਵਿੱਚ ਸਾਹ ਅੰਦਰ ਖਿੱਚਣਾ ਹੈ। 1 2 3 4। ਹੁਣ ਸਾਹ ਰੋਕਣਾ ਹੈ 1 ਤੋਂ 4 ਦੇ ਵਿੱਚ। 1 2 3 4। ਹੁਣ ਸਾਹ ਛੱਡਣਾ ਹੈ 1 ਤੋਂ 4 ਦੇ ਵਿੱਚ। 1 2 3 4। ਹੁਣ ਸਾਹ ਰੋਕਣਾ ਹੈ 1 ਤੋਂ 4 ਦੇ ਵਿੱਚ। 1 2 3 4। ਰਿਪੀਟ ਕਰਦੇ ਹਾਂ। ਇਨਹੇਲ 1 2 3 4। ਹੋਲਡ 1 2 3 4। exhale 1 2 3 4। hold 1 2 3 4। repeat ਕਰਦੇ ਹਾਂ। inhale 1 2 3 4। hold 1 2 3 4। exhale 1 2 3 4। hold 1 2 3 4। ਇਸ ਨੂੰ ਬਾਕਸ ਬਰੀਥਿੰਗ ਦਾ ਨਾਮ ਦਿੱਤਾ ਜਾਂਦਾ ਹੈ। ਇਹ ਬਾਕਸ ਬਰੀਥਿੰਗ ਇਹਨੂੰ ਕਹਿਣ ਦਾ ਰੀਜ਼ਨ ਇਹ ਹੈ ਕਿ ਇਹਨੂੰ ਜਿਹੜਾ ਕਰਨ ਦਾ ਤਰੀਕਾ ਹੈ ਕਿ 1 ਤੋਂ 4 ਤੱਕ ਪਹਿਲਾਂ ਸਾਹ ਅੰਦਰ ਖਿੱਚਿਆ, ਫਿਰ 1 ਤੋਂ 4 ਤੱਕ ਉਹਨੂੰ ਰੋਕਿਆ ਤੇ ਫਿਰ 1 ਤੋਂ 4 ਤੱਕ ਸਾਹ ਬਾਹਰ ਛੱਡਿਆ ਤੇ ਫਿਰ 1 ਤੋਂ 4 ਤੱਕ ਉਹਨੂੰ ਦੁਬਾਰਾ ਰੋਕਿਆ। ਇਹ ਇੱਕ ਬਾਕਸ ਦੀ ਸ਼ੇਪ ਲੈਂਦਾ ਹੈ ਫਰੋਮ ਐਨ ਇੰਸਟ੍ਰਕਟਰਸ ਪੁਆਇੰਟ ਆਫ ਵਿਊ ਐਂਡ ਇਟ ਇਜ਼ ਰਿਸਰਚ ਬੇਸਡ। ਇਹ ਰਿਸਰਚ ਨੇ ਵੀ ਪ੍ਰੂਵ ਕੀਤਾ ਹੈ ਕਿ ਇਹ ਬਹੁਤ ਹੀ ਇੱਕ ਇਫੈਕਟਿਵ ਰਿਲੈਕਸੇਸ਼ਨ ਟੈਕਨੀਕ ਹੈ। ਕਿਉਂਕਿ ਆਪਾਂ ਕੁਆਲਿਟੀ ਆਫ ਲਾਈਫ ਦੀ ਗੱਲ ਕਰ ਰਹੇ ਸੀਗੇ ਤਾਂ this kind of relaxation technique it has the capacity to improve quality of life ਕਿਉਂਕਿ ਇਹ ਰਿਲੈਕਸੇਸ਼ਨ ਵਿੱਚ ਬਹੁਤ ਹੈਲਪ ਕਰਦਾ ਹੈ ਤੇ ਇੱਕ ਜਿਹੜਾ ਰਿਲੈਕਸਡ ਮਾਈਂਡ ਹੁੰਦਾ ਹੈ ਉਹ ਤੁਹਾਡੀ ਪ੍ਰੋਡਕਟਿਵਿਟੀ, ਤੁਹਾਡੀ ਪਰਫਾਰਮੈਂਸ, ਤੁਹਾਡੀ ਡੇਲੀ ਲਾਈਫ, ਤੁਹਾਡਾ ਚੀਜ਼ਾਂ ਨੂੰ ਹੈਂਡਲ ਕਰਨ ਦਾ ਤਰੀਕਾ, ਤੁਹਾਡੀ ਪ੍ਰੋਬਲਮ ਸੋਲਵਿੰਗ ਐਬਿਲਿਟੀ, ਤੁਹਾਡੀ ਡਿਸੀਜਨ ਮੇਕਿੰਗ ਕੈਪੈਸਿਟੀ, ਉਹ ਸਭ ਨੂੰ ਬੜੇ ਹੀ ਪੋਜ਼ਿਟਿਵ ਤਰੀਕੇ ਨਾਲ ਅਫੈਕਟ ਕਰਦਾ ਹੈ। ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਰਿਲੈਕਸੇਸ਼ਨ ਟੈਕਨੀਕ ਹੈ ਉਹ ਹੈ ਜੀ ਪ੍ਰੋਗਰੈਸਿਵ ਮਸਕੂਲਰ ਰਿਲੈਕਸੇਸ਼ਨ ਟੈਕਨੀਕ। ਜੀ ਬਹੁਤ ਵਾਰੀ ਤੁਸੀਂ ਦੇਖਿਆ ਹੋਣਾ ਹੈ ਕਿ ਬੱਚੇ ਜਦੋਂ ਇੰਟਰਵਿਊ ਦੇ ਲਈ ਜਾਂਦੇ ਨੇ ਜਾਂ ਫਿਰ ਕੋਈ ਵੀ ਇਹੋ ਜਿਹੀ ਸਿਚੁਏਸ਼ਨ ਜਿਹੜੀ ਕਿ ਉਹਨਾਂ ਲਈ ਸਟ੍ਰੈਸਫੁਲ ਹੋ ਜਾਂਦੀ ਹੈ ਤੇ ਉਸ ਵੇਲੇ ਕਿਉਂਕਿ ਸਟ੍ਰੈਸ ਆਪਣੇ ਆਪ ਦੇ ਵਿੱਚ ਮਾੜਾ ਨਹੀਂ ਹੈ ਪਰ ਸਟ੍ਰੈਸ ਇੱਕ ਪੁਆਇੰਟ ਤੋਂ ਜਦੋਂ ਅੱਗੇ ਚਲਾ ਜਾਂਦਾ ਹੈ ਤਾਂ ਉਹ ਤੁਹਾਡੀ ਪਰਫਾਰਮੈਂਸ ਨੂੰ ਅਫੈਕਟ ਕਰ ਸਕਦਾ ਹੈ। ਜਿਹੜਾ ਕੰਮ ਤੁਸੀਂ ਕਰਨ ਆਏ ਸੀਗੇ ਤੁਸੀਂ ਉਹ ਕੰਮ ਬਿਨਾਂ ਅਨਇੰਟੈਂਸ਼ਨਲੀ, ਬਿਨਾਂ ਜਾਣੇ ਬੁੱਝੇ, ਬਿਨਾਂ ਸਮਝੇ ਤੁਸੀਂ ਉਸਨੂੰ ਖਰਾਬ ਕਰ ਸਕਦੇ ਹੋ। ਤਾਂ ਇਹ ਜ਼ਰੂਰੀ ਹੈ ਕਿ ਕੋਈ ਇਹੋ ਜਿਹੀ ਸਿਚੁਏਸ਼ਨ ਵਿੱਚ ਜਿੱਥੇ ਕਿ ਤੁਹਾਡੇ ਕੋਲ ਜਿੱਥੇ ਕਿ ਚਾਂਸਿਸ ਹੋਣ ਕਿ ਤੁਸੀਂ ਸਟ੍ਰੈਸਫੁਲ ਹੋ ਸਕਦੇ ਹੋ ਉਹ ਤੁਸੀਂ ਇਹ ਵਾਲੀ ਐਕਸਰਸਾਈਜ਼ ਹੈ
ਪ੍ਰੋਗਰੈਸਿਵ ਮਸਕੂਲਰ ਰਿਲੈਕਸੇਸ਼ਨ ਟੈਕਨੀਕ ਇਹ ਬਹੁਤ ਹੀ ਇੱਕ ਇਫੈਕਟਿਵ ਟੈਕਨੀਕ ਹੈ। ਇਹਦੇ ਵਿੱਚ ਕੀਤਾ ਕੀ ਜਾਂਦਾ ਹੈ ਕਿ ਸਾਰੇ ਸਰੀਰ ਦੇ ਅਲੱਗ-ਅਲੱਗ ਗਰੁੱਪ ਆਫ ਮਸਲਸ ਨੂੰ ਇੱਕ ਵਾਰੀ ਕੰਟਰੈਕਟ ਕੀਤਾ ਜਾਂਦਾ ਹੈ ਤੇ ਫਿਰ ਥੋੜੀ ਦੇਰ ਉਹਨੂੰ ਰੱਖ ਕੇ ਫਿਰ ਉਸ ਤੋਂ ਬਾਅਦ ਉਹਨੂੰ ਹੌਲੀ-ਹੌਲੀ ਰਿਲੈਕਸ ਕੀਤਾ ਜਾਂਦਾ ਹੈ। ਤੇ ਤੁਸੀਂ ਇਹਦੇ ਨਾਲ ਆਪਣੇ ਆਪ ਨੂੰ ਇਨਸਟਰਕਟ ਵੀ ਕਰ ਸਕਦੇ ਹੋ ਕਿ ਮੇਰਾ ਮਾਈਂਡ ਰਿਲੈਕਸ ਹੋ ਰਿਹਾ ਹੈ। ਇਹਦੀ ਜ਼ਰੂਰਤ ਪੈਂਦੀ ਹੈ ਤੇ ਜਿਨ੍ਹਾਂ ਨੇ ਇਹ ਕੀਤੀ ਹੈ ਉਹ ਮਹਿਸੂਸ ਕਰਦੇ ਨੇ ਕਿ ਇਹ ਜਿਹੜੀ ਐਕਸਰਸਾਈਜ਼ ਹੈ ਇਹਦੇ ਵਿੱਚ ਇੱਕ ਪੋਜ਼ਿਟਿਵ ਚੇਂਜ ਲਿਆਉਣ ਦੀ ਤਾਕਤ ਹੈ ਜੀ। ਵੀ ਕੈਨ ਇਹ ਆਪਾਂ ਡੈਮੋਨਸਟ੍ਰੇਟ ਕਰ ਸਕਦੇ ਹਾਂ ਇਹ ਵਾਲੀ ਐਕਸਰਸਾਈਜ਼ ਵੀ ਜੀ ਬਿਲਕੁਲ। ਇਹਦੇ ਵਿੱਚ ਵੀ ਤੁਸੀਂ ਇਹ ਐਕਸਰਸਾਈਜ਼ ਤੁਸੀਂ ਕਿਤੇ ਵੀ ਚਾਹੇ ਬੈਠੇ ਹੋ ਜਾਂ ਤੁਸੀਂ ਲੇਟ ਕੇ ਤਾਂ ਕਰ ਹੀ ਸਕਦੇ ਹੋ, ਤੁਸੀਂ ਬੈਠੇ ਹੋ ਜਾਂ ਫਿਰ ਤੁਸੀਂ ਰਾਤ ਨੂੰ ਉਸ ਟਾਈਮ ਤੇ ਜਦੋਂ ਤੁਹਾਨੂੰ ਨੀਂਦ ਨਹੀਂ ਆ ਰਹੀ, ਤੁਹਾਡਾ ਮਾਈਂਡ ਕਿਸੇ ਚੀਜ਼ ਕਰਕੇ ਕਿਸੇ ਇਵੈਂਟ ਕਰਕੇ ਸਟ੍ਰੈਸਫੁਲ ਹੈ, ਤੁਸੀਂ ਇਸ ਐਕਸਰਸਾਈਜ਼ ਨੂੰ ਉਸ ਟਾਈਮ ਵੀ ਕਰ ਸਕਦੇ ਹੋ ਜੀ। ਕਿਉਂਕਿ ਮੈਂ ਇਹ ਜਿਵੇਂ ਕਿਹਾ ਕਿ ਆਪਣੇ ਸਰੀਰ ਨੂੰ ਉੱਪਰ ਤੋਂ ਲੈ ਕੇ ਨੀਚੇ ਤੱਕ ਗਰੁੱਪ ਆਫ ਮਸਲਸ ਨੂੰ ਕੰਟਰੈਕਟ ਕਰਨਾ ਹੈ ਫਿਰ ਰਿਲੈਕਸ ਕਰਨਾ ਹੈ। ਤੁਸੀਂ ਆਪਣੇ ਮੱਥੇ ਦੀਆਂ ਮਸਲਸ ਨੂੰ ਕੰਟਰੈਕਟ ਕਰਕੇ ਉਸ ਤੋਂ ਬਾਅਦ ਉਹਨੂੰ ਥੋੜੀ ਦੇਰ ਰੱਖ ਕੇ ਫਿਰ ਰਿਲੈਕਸ ਕਰ ਸਕਦੇ ਹੋ। ਐਵੇਂ ਹੀ ਤੁਸੀਂ ਆਪਣੀਆਂ ਗਰਦਨ ਨੂੰ ਅੱਗੇ ਪਿੱਛੇ ਕਰਕੇ ਤੁਸੀਂ ਉਸ ਗਰੁੱਪ ਆਫ ਮਸਲਸ ਨੂੰ ਇਕੱਠਾ ਕਰੋ, ਥੋੜੀ ਦੇਰ ਰੱਖੋ ਤੇ ਫਿਰ ਉਸ ਤੋਂ ਬਾਅਦ ਉਹਨੂੰ ਛੱਡ ਦਿਓ ਜੀ। ਲਾਈਕ ਫॉर ਐਗਜ਼ਾਮਪਲ ਆਪਾਂ ਮੁੱਠੀਆਂ ਤੋਂ ਸ਼ੁਰੂ ਕਰ ਸਕਦੇ ਹਾਂ। ਤੁਸੀਂ ਆਪਣੀਆਂ ਦੋਨੇ ਮੁੱਠੀਆਂ ਤੁਸੀਂ ਬਿਲਕੁਲ ਇੱਕ ਰਿਲੈਕਸ ਪੋਜੀਸ਼ਨ 'ਚ ਅੱਖਾਂ ਬੰਦ ਕਰਕੇ ਬੈਠ ਜਾਓ। ਤੁਸੀਂ ਆਪਣੀਆਂ ਮੁੱਠੀਆਂ ਜਿੰਨੀ ਜ਼ੋਰ ਦੀ ਹੋ ਸਕਦਾ ਉਨੀ ਜ਼ੋਰ ਦੀ ਕੱਸ ਕੇ ਬੰਦ ਕਰ ਲਓ। ਜਿੰਨਾ ਕੁ ਕੱਸ ਸਕਦੇ ਹੋ ਆਪਣੀਆਂ ਮੁੱਠੀਆਂ ਨੂੰ ਓਨਾ ਕੁ ਜ਼ੋਰ ਨਾਲ ਕੱਸੋ ਤੇ ਨਾਲ ਆਪਣੇ ਆਪ ਨੂੰ ਇਨਸਟਰਕਟ ਕਰੋ ਰਿਲੈਕਸ, ਇਟਸ ਓਕੇ। ਕਿਉਂਕਿ ਇਹ ਕਈ ਵਾਰੀ ਆਪਣੇ ਆਪ ਨੂੰ ਦੱਸਣ ਦੀ ਲੋੜ ਪੈਂਦੀ ਹੈ। ਇਹ ਵੀ ਇੱਕ ਟਾਈਪ ਆਫ ਸੈਲਫ ਟਾਕ ਹੀ ਹੈ that you are telling your mind to relax, that it's okay। ਕੋਈ ਵੀ ਸਿਚੁਏਸ਼ਨ ਇਹੋ ਜਿਹੀ ਨਹੀਂ ਜਿਹੜੀ ਕਿ ਹੈਂਡਲੇਬਲ ਨਾ ਹੋਏ। ਤੇ ਹੌਲੀ ਹੌਲੀ ਆਪਣੀਆਂ ਮੁੱਠੀਆਂ ਖੋਲੋ, ਆਪਣੇ ਆਪ ਨੂੰ ਇਹ ਦੱਸਦੇ ਹੋਏ that it's okay, relax। ਹੌਲੀ ਹੌਲੀ ਮੁੱਠੀਆਂ ਖੋਲੋ। ਐਵੇਂ ਹੀ ਤੁਸੀਂ ਆਪਣੀ ਮੁੱਠੀਆਂ ਦੁਬਾਰਾ ਬੰਦ ਕਰਕੇ ਆਪਣੀਆਂ ਜਿਹੜੀਆਂ ਮੁੱਠੀਆਂ ਉਹ ਮੋਢੇ ਨਾਲ ਲਗਾਓ। ਰੁਮਨ ਜੀ ਤੁਸੀਂ ਹਾਂਜੀ ਬਾਜ਼ੂ ਫੋਲਡ ਕਰਕੇ ਮੋਢੇ ਨਾਲ ਲਗਾਓ। ਇਹਨਾਂ ਨੂੰ ਜਿੰਨਾ ਕੰਟਰੈਕਟ ਕਰ ਸਕਦੇ ਹੋ ਉਨਾ ਕੰਟਰੈਕਟ ਕਰੋ ਕੰਫਰਟੇਬਲੀ ਐਂਡ ਹੌਲੀ ਹੌਲੀ ਵਾਪਸ ਉਸੇ ਪੋਜੀਸ਼ਨ 'ਚ ਲੈ ਆਓ ਐਂਡ ਓਪਨ ਯੋਰ ਫਿਸਟਸ। ਆਪਣੇ ਹੱਥ ਖੋਲ ਲਓ। ਇਹ ਐਕਸਰਸਾਈਜ਼ ਤੁਸੀਂ ਲੈਗਸ ਨਾਲ ਵੀ ਕਰ ਸਕਦੇ ਹੋ। ਆਪਣੇ ਜਿਹੜੇ ਪੈਰ ਨੇ ਉਹ ਤੁਸੀਂ ਬਿਲਕੁਲ ਸਿੱਧੇ ਕਰਕੇ ਅੱਗੇ ਵੱਲ ਹਾਂਜੀ ਜਿੰਨਾ ਕੰਫਰਟੇਬਲੀ ਕਰ ਸਕਦੇ ਹੋ ਉਨਾ ਕੰਟਰੈਕਟ ਕਰੋ, ਰੱਖੋ ਤੇ ਨਾਲ ਆਪਣੇ ਮਾਈਂਡ ਨੂੰ ਇਨਸਟਰਕਟ ਕਰੋ ਕਿ ਰਿਲੈਕਸ, ਕਾਮ ਡਾਊਨ, ਕੋਈ ਗੱਲ ਨਹੀਂ, ਸਭ ਠੀਕ ਹੋਏਗਾ, ਇਟਸ ਓਕੇ। ਤੇ ਫਿਰ ਰਿਲੈਕਸ, ਹੌਲੀ ਹੌਲੀ ਰਿਲੈਕਸ, ਹੌਲੀ ਹੌਲੀ। ਐਵੇਂ ਜਿਵੇਂ ਤੁਸੀਂ ਪੈਰ ਅੱਗੇ ਮੋੜੇ ਸੀ ਤੁਸੀਂ ਇਹਨਾਂ ਨੂੰ ਜਿੰਨਾ ਕੁ ਪਿੱਛੇ ਤੱਕ ਮੋੜ ਸਕਦੇ ਹੋ ਕੰਫਰਟੇਬਲੀ ਉਨਾ ਕੁ ਪਿੱਛੇ ਤੱਕ ਮੋੜ ਲਓ। ਕੰਟਰੈਕਟ ਯੋਰ ਮਸਲਸ। ਥੋੜੀ ਦੇਰ ਰੱਖੋ। ਇੰਸਟਰਕਟ yourself to relax and calm down। ਤੇ ਹੌਲੀ ਹੌਲੀ ਇਹਨਾਂ ਨੂੰ ਰਿਲੈਕਸਿੰਗ ਮੋਡ 'ਚ ਲੈ ਆਓ। ਰਿਲੈਕਸ, ਟੈਲ yourself to relax। ਇਹ ਜਿਹੜੀ ਐਕਸਰਸਾਈਜ਼ ਹੈ ਇਹ ਹਲੇ ਅਸੀਂ 3-4 ਗਰੁੱਪ ਆਫ ਮਸਲਸ ਦੇ ਨਾਲ ਦਿਖਾਈ ਹੈ ਪਰ ਇਹਨੂੰ ਤੁਸੀਂ ਬੋਡੀ ਦੇ ਹਰ ਸੈਟ ਆਫ ਮਸਲਸ, ਮੱਥਾ ਹੈ, ਅੱਖਾਂ ਨੇ, ਨੱਕ ਹੈ, ਫੇਸ ਹੈ, ਛਾਤੀ ਹੈ, ਪਿੱਠ ਹੈ, ਪੇਟ ਹੈ, ਥਾਈਜ਼ ਨੇ, ਲੋਅਰ ਲੈਗਸ ਨੇ, ਤੁਸੀਂ ਹਰ ਇੱਕ ਗਰੁੱਪ ਆਫ ਮਸਲਸ ਦੇ ਨਾਲ ਇਹਨੂੰ ਯੂਜ਼ ਕਰ ਸਕਦੇ ਹੋ। ਬੈਸਟ ਪੋਜੀਸ਼ਨ ਇਹਨੂੰ ਕਰਨਾ ਲੇਟ ਕੇ ਕਰਨਾ ਹੁੰਦਾ ਪਰ ਕਿਉਂਕਿ ਇਹ ਜਿਹੜੀਆਂ ਸਟ੍ਰੈਸਫੁਲ ਸਿਚੁਏਸ਼ਨਸ ਨੇ ਇਹ ਉਦੋਂ ਹੀ ਆਉਂਦੀਆਂ ਨੇ ਜਦੋਂ ਆਪਾਂ ਘਰੋਂ ਬਾਹਰ ਹੁੰਨੇ ਆ, ਬੈਠੇ ਹੁੰਨੇ ਆ, ਖੜੇ ਹੁੰਨੇ ਆ, ਤਾਂ ਆਪਣੇ ਆਪ ਨੂੰ ਕਾਮ ਡਾਊਨ ਕਰਨ ਦਾ ਇੱਕ ਬਹੁਤ ਹੀ ਇਫੈਕਟਿਵ ਤਰੀਕਾ ਹੈ।
ਜੀ। ਸੋ ਡਾਕਟਰ ਸਾਹਿਬ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ ਤੇ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੇ ਵੀ ਬਹੁਤ ਵਧੀਆ ਜਾਣਕਾਰੀ ਹਾਸਲ ਕੀਤੀ ਹੋਏਗੀ ਅੱਜ ਕੱਲ ਦੀ ਸਟ੍ਰੈਸਫੁਲ ਲਾਈਫ ਤੋਂ ਆਪਣੇ ਆਪ ਨੂੰ ਦੂਰ ਰੱਖਣ ਦੇ ਲਈ। ਸੋ ਡਾਕਟਰ ਸਾਹਿਬ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਦੇ ਲਈ ਕੋਈ ਹੈਲਦੀ ਟਿਪ? ਅੱਜ ਕੱਲ ਜੋ ਇੱਕ ਸਮੱਸਿਆ ਬਹੁਤ ਜ਼ਿਆਦਾ ਦੇਖਣ ਨੂੰ ਆ ਰਹੀ ਹੈ ਉਹ ਹੈ ਨੀਂਦ ਦੀ ਸਮੱਸਿਆ ਜੀ। ਚਾਹੇ ਉਹ ਅਡੋਲੈਸੈਂਟਸ ਹੋਣ ਜਾਂ ਫਿਰ ਯੰਗ ਐਡਲਟਸ ਹੋਣ ਜਾਂ ਫਿਰ ਲੇਟ ਐਡਲਟਹੁੱਡ ਵਿੱਚ ਇਹ ਬਹੁਤ ਇੱਕ ਪ੍ਰੋਮੀਨੈਂਟ ਪ੍ਰੋਬਲਮ ਹੈ ਕਿ ਨੀਂਦ ਨਹੀਂ ਆਉਂਦੀ। ਵੈਸੇ ਤਾਂ ਇਹਦੇ ਬਹੁਤ ਸਾਰੇ ਰੀਜ਼ਨਸ ਹੋ ਸਕਦੇ ਨੇ, ਪਰ ਜਿਹੜਾ ਇੱਕ ਬਹੁਤ ਹੀ ਇੰਪੋਰਟੈਂਟ ਰੀਜ਼ਨ ਹੈ ਉਹ ਇਹ ਹੈ ਕਿ ਆਪਣੇ ਬਾਇਓਲੋਜੀਕਲ ਕਲੌਕ ਦੇ ਨਾਲ ਨਾ ਆਪਣੀ ਜਿਹੜੀ ਅਲਾਈਨਮੈਂਟ ਹੈ ਉਹ ਨਾ ਬਿਠਾਣੀ। ਬਾਇਓਲੋਜੀਕਲ ਕਲੌਕ ਆਪਣੇ ਹਰ ਇੱਕ ਸੈੱਲ ਦੇ ਵਿੱਚ, ਬਾਡੀ ਦੇ ਹਰ ਇੱਕ ਆਰਗਨ ਦੇ ਵਿੱਚ ਇੱਕ ਬਾਇਓਲੋਜੀਕਲ ਕਲੌਕ ਹੈ ਜਿਹਦਾ ਕਿ ਟਾਈਮ ਤਕਰੀਬਨ 24 ਘੰਟੇ ਤੇ ਕੁਝ ਮਿੰਟ ਉੱਪਰ ਨੀਚੇ ਹੈ ਜੀ। ਹੁਣ ਇਹ ਬਾਇਓਲੋਜੀਕਲ ਕਲੌਕ ਜਿਹੜਾ ਹੈ ਇਹ ਜਿਸ ਤਰੀਕੇ ਨਾਲ ਜਦੋਂ ਸੂਰਜ ਉੱਗਦਾ ਤਾਂ ਇਹ ਬਾਇਓਲੋਜੀਕਲ ਕਲੌਕ ਉਦੋਂ ਹੀ ਐਕਟਿਵ ਹੋ ਜਾਂਦਾ ਹੈ ਤੇ ਆਪਾਂ ਨੂੰ ਵੇਕਫੁਲਨੈਸ ਕਿ ਹੁਣ ਉੱਠੋ, ਹੁਣ ਸੂਰਜ ਨਿਕਲਿਆ ਆ, ਤੇ ਉਸ ਟਾਈਮ ਆਪਣੇ ਆਪ ਨੂੰ ਨੈਚੁਰਲ ਲਾਈਟ ਵੱਲ ਐਕਸਪੋਜ਼ ਕਰਨਾ ਤੇ ਟਾਈਮ ਸਿਰ ਜਿਵੇਂ ਸੂਰਜ ਡੁੱਬ ਗਿਆ ਤੇ ਹੁਣ ਤੁਸੀਂ ਆਪਣੇ ਆਪ ਨੂੰ ਡਿਮ ਲਾਈਟ ਦੇ ਵਿੱਚ ਰੱਖਣਾ। ਇਹ ਬੜਾ ਜ਼ਰੂਰੀ ਹੈ। ਇਹਨੂੰ ਸਰਕੇਡੀਅਨ ਰਿਦਮਸ ਕਹਿੰਦੇ ਨੇ। ਇਹ ਕਿਤੇ ਨਾ ਕਿਤੇ ਤੁਹਾਡੀ ਪਰਫਾਰਮੈਂਸ, ਤੁਹਾਡੀ ਪ੍ਰੋਡਕਟਿਵਿਟੀ ਨੂੰ ਬਹੁਤ ਹੀ ਪੋਜ਼ਿਟਿਵਲੀ ਅਫੈਕਟ ਕਰਦਾ ਹੈ। ਪਰ ਜੇ ਕਿਸੇ ਵੀ ਰੀਜ਼ਨ ਕਰਕੇ ਤੁਸੀਂ ਨੀਂਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਬਹੁਤ ਸਾਰੀਆਂ ਹੋਰ ਟੈਕਨੀਕਸ ਤੋਂ ਇਲਾਵਾ ਇੱਕ ਜਿਹੜੀ ਨਾਰਮਲ ਡੇ ਟੂ ਡੇ ਰੂਟੀਨ 'ਚ ਤੁਸੀਂ ਇਹ ਚੀਜ਼ ਸ਼ਾਮਿਲ ਕਰ ਸਕਦੇ ਹੋ ਉਹ ਹੈ ਜੀ 6321 ਰੂਲ। ਹੁਣ ਇਹ 6321 ਰੂਲ, ਇਹਦਾ ਨਾਮ ਬੜਾ ਇੰਟਰਸਟਿੰਗ ਹੈ। ਇਹਦਾ ਮਤਲਬ ਕੀ ਹੈ? 6 ਦਾ ਮਤਲਬ ਹੈ ਕਿ ਕਮ ਸੇ ਕਮ ਸੌਣ ਤੋਂ 6 ਘੰਟੇ ਪਹਿਲਾਂ, ਜਿਵੇਂ ਤੁਸੀਂ ਜੇ 10 ਵਜੇ ਸੋ ਰਹੇ ਹੋ ਤਾਂ 5 ਜਾਂ 4 ਵਜੇ ਤੋਂ ਪਹਿਲਾਂ ਤੁਸੀਂ ਚਾਹ ਜਾਂ ਕੌਫੀ 4, 4:30 ਤੋਂ ਬਾਅਦ ਨਹੀਂ ਪੀਣੀ, ਕਿਉਂਕਿ ਉਹ ਕੈਫੀਨ ਦਾ ਕੰਮ ਕਰਦੀ ਹੈ ਤੇ ਕੈਫੀਨ ਦੀ ਨੇਚਰ ਹੈ ਕਿ ਤੁਹਾਨੂੰ ਉਹ ਜਗਾ ਕੇ ਰੱਖੇਗੀ। ਤਾਂ ਕਮ ਸੇ ਕਮ 6 ਘੰਟੇ ਪਹਿਲਾਂ ਕੋਈ ਵੀ ਕੈਫੀਨ ਰਿਲੇਟਡ ਡਰਿੰਕ ਨਹੀਂ ਪੀਣਾ। 3 ਦਾ ਮਤਲਬ ਕੀ ਹੈ? 3 ਦਾ ਮਤਲਬ ਇਹ ਹੈ ਕਿ ਤੁਸੀਂ ਕੋਈ ਵੀ ਮੇਜਰ ਕੰਮ ਹੁਣ ਕਰਨਾ ਛੱਡ ਦੇਣਾ ਹੈ, ਕਿਉਂਕਿ ਤੁਸੀਂ ਨੀਂਦ ਦੀ ਸਮੱਸਿਆ ਹੈ ਤੁਹਾਨੂੰ। ਤਾਂ ਇਹ ਪ੍ਰੋਬਲਮ ਉਹਦੇ ਵਿੱਚ ਮੈਂ ਉਹਨਾਂ ਗੱਲਾਂ ਦੀ ਗੱਲ ਨਹੀਂ ਕਰਦੀ ਜਿੱਥੇ ਕਿ ਕੋਈ ਬਹੁਤ ਇੰਪੋਰਟੈਂਟ ਅਸਾਈਨਮੈਂਟ ਚੱਲ ਰਹੀ ਹੈ, ਕੋਈ ਕੱਲ ਨੂੰ ਤੁਸੀਂ ਪ੍ਰੈਜੈਂਟੇਸ਼ਨ ਦੇਣੀ ਹੈ, ਪਰ ਡੇ ਟੂ ਡੇ ਲਾਈਫ ਦੇ ਵਿੱਚ ਤੁਸੀਂ ਕਮ ਸੇ ਕਮ 3 ਘੰਟੇ ਪਹਿਲਾਂ ਕੋਈ ਵੀ ਮੇਜਰ ਜਿਹੜਾ ਕੰਮ ਹੈ ਉਹ ਨਹੀਂ ਕਰਨਾ। 2 ਦਾ ਮਤਲਬ ਕੀ ਹੈ? 2 ਦਾ ਮਤਲਬ ਹੈ ਕਿ ਤੁਸੀਂ ਕਮ ਸੇ ਕਮ 2 ਘੰਟੇ ਪਹਿਲਾਂ ਖਾਣਾ ਖਾ ਲਓ। ਤੁਸੀਂ ਸੌਣ ਤੋਂ ਅੱਧਾ ਘੰਟਾ ਪਹਿਲਾਂ ਖਾਣਾ ਖਾਓਗੇ ਤਾਂ ਜਿਹੜਾ ਬਾਡੀ ਦੇ ਜਿਹੜੇ ਸਾਰੇ ਰਿਸੋਰਸਿਸ ਨੇ ਉਹ ਡਾਈਜੈਸਟਿਵ ਸਿਸਟਮ ਵੱਲ ਡਾਇਵਰਟ ਹੋ ਜਾਣਗੇ ਤੇ ਆਪਣਾ ਮੋਟਿਵ ਇਹ ਨਹੀਂ ਹੈ। ਆਪਣਾ ਮੋਟਿਵ ਹੈ ਉਸ ਵੇਲੇ ਪਾਈਨੀਅਲ ਗਲੈਂਡ ਨੂੰ ਇਹ ਕਹਿਣਾ ਕਿ ਟਾਈਮ ਸਿਰ ਮੈਲਾਟੋਨਿਨ ਸਿਕਰੀਟ ਕਰਦੇ ਉਹ। ਤੇ 1 ਦਾ ਮਤਲਬ ਕੀ ਹੈ? 1 ਦਾ ਮਤਲਬ ਹੈ ਕਿ ਸੌਣ ਤੋਂ ਕਮ ਸੇ ਕਮ 1 ਘੰਟਾ ਪਹਿਲਾਂ ਨੋ ਸਕਰੀਨਸ, ਚਾਹੇ ਉਹ ਮੋਬਾਈਲ ਸਕਰੀਨ ਹੈ ਤੁਹਾਡੀ, ਚਾਹੇ ਉਹ ਤੁਹਾਡੀ ਲੈਪਟਾਪ ਸਕਰੀਨ ਹੈ, ਤੁਹਾਡਾ ਟੀਵੀ ਹੈ, ਕਮ ਸੇ ਕਮ 1 ਘੰਟਾ ਪਹਿਲਾਂ। 1 ਘੰਟਾ ਪਹਿਲਾਂ ਤੁਹਾਡੀ ਪ੍ਰੋਪਰ ਤਿਆਰੀ ਹੋਣੀ ਚਾਹੀਦੀ ਹੈ ਕਿ ਹੁਣ ਸੌਣਾ ਹੈ ਔਰ ਉਹਦੇ ਲਈ ਮੈਂ ਆਪਣੇ ਆਪ ਨੂੰ ਤਿਆਰ ਕਰਨਾ ਹੈ। ਉਹਦੇ ਵਿੱਚ ਤੁਹਾਡਾ ਚਾਹੇ ਆਪਣਾ ਮੂੰਹ ਧੋਣਾ, ਫਰੈਸ਼ਨ ਅਪ ਹੋਣਾ, ਸਾਫ ਸੁਥਰੇ ਕੱਪੜੇ ਪਾ ਕੇ ਆਪਣਾ ਬੈੱਡ ਸਹੀ ਕਰਨਾ ਤਾਂ ਕਿ ਇੱਕ ਕਲੀਨ ਬੈੱਡ ਤੇ ਜਿਹੜੀ ਨੀਂਦ ਆਉਂਦੀ ਹੈ ਉਹ ਇੱਕ ਅਸਤ ਵਿਅਸਤ ਜਿਹੜਾ ਬੈੱਡ ਹੁੰਦਾ ਹੈ ਉਹਦੇ ਤੇ ਨਹੀਂ ਆਉਂਦੀ। ਤੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਏ ਤੇ ਆਈ ਰੀਅਲੀ ਹੋਪ ਦ ਥਿੰਗਸ ਦੇ ਡੂ ਗੈਟ ਬੈਟਰ, ਬਿਕੋਜ਼ ਜੇ ਤੁਸੀਂ ਇੱਕ ਅੱਛੀ ਨੀਂਦ ਲੈ ਕੇ ਅਗਲੇ ਦਿਨ ਉੱਠਦੇ ਹੋ, ਜ਼ਿਆਦਾ ਪ੍ਰੋਡਕਟਿਵ ਹੁੰਦੇ ਹੋ, ਯੂ ਆਰ ਅ ਬੈਟਰ ਕੰਟਰੀਬਿਊਟਰ ਟੂ ਦ ਸੋਸਾਇਟੀ, ਯੂ ਇਮਰਜ ਐਜ਼ ਅ ਬੈਟਰ ਹਿਊਮਨ ਬੀਇੰਗ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਇੱਥੇ ਆਏ ਤੇ ਸਾਡੇ ਦਰਸ਼ਕਾਂ ਨਾਲ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਤੇ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਵੀ ਅੱਜ ਦਾ ਐਪੀਸੋਡ ਜ਼ਰੂਰ ਪਸੰਦ ਆਇਆ ਹੋਵੇਗਾ। ਕੁਝ ਹੈਲਦੀ ਟਿਪਸ ਵੀ ਤੁਸੀਂ ਦਿੱਤੇ ਨੇ। ਤੁਹਾਡਾ ਬਹੁਤ-ਬਹੁਤ ਧੰਨਵਾਦ। Thank you so much, Ruman ji. Even मैं भी ये I would like to take the opportunity कि मैं चढ़दी कला टाइम TV ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ। ਇਨਫੈਕਟ ਉਹਨਾਂ ਦੇ ਇਸ ਐਫਰਟ ਦੀ ਮੈਂ ਬਹੁਤ ਸ਼ਲਾਘਾ ਕਰਦੀ ਹਾਂ ਕਿ ਆਪਣੇ ਆਪ ਵਿੱਚ ਇੱਕ ਬੜਾ ਨਿਵੇਕਲਾ ਪ੍ਰੋਗਰਾਮ ਹੈ ਜਿਹੜਾ ਕਿ ਹਰ ਹਫਤੇ ਰੈਗੂਲਰਲੀ ਇੱਕ ਨਵੇਂ ਹੈਲਥ ਐਕਸਪਰਟ ਨੂੰ ਲੈ ਕੇ ਆਉਂਦਾ ਹੈ ਜੋ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਦਰਸ਼ਕਾਂ ਦੀ ਜ਼ਿੰਦਗੀ ਨੂੰ ਐਨਰਿਚ ਜ਼ਰੂਰ ਕਰਦਾ ਹੋਏਗਾ। ਦਿਸ ਇਜ਼ ਵਾਟ ਆਈ ਹੋਪ ਐਂਡ ਆਈ ਰੀਅਲੀ ਐਪਰੀਸ਼ੀਏਟ ਦ ਐਫਰਟ। ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ।
ਸੋ ਦਰਸ਼ਕੋ, ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਹੈਲਦੀ ਲਾਈਫ ਤੇ ਉਮੀਦ ਕਰਦੇ ਹਾਂ ਕਿ ਅੱਜ ਦਾ ਐਪੀਸੋਡ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ, ਕਿਉਂਕਿ ਅੱਜ ਕੱਲ ਦੀ ਸਟ੍ਰੈਸਫੁਲ ਲਾਈਫ ਦੇ ਵਿੱਚ ਆਪਣੇ ਆਪ ਨੂੰ ਰਿਲੈਕਸ ਰੱਖਣਾ ਬਹੁਤ ਜ਼ਰੂਰੀ ਹੈ, ਸਟ੍ਰੈਸ ਵੀ ਰੱਖਣਾ ਬਹੁਤ ਜ਼ਰੂਰੀ ਹੈ, ਜਿਸ ਦੇ ਨਾਲ ਹੀ ਤੁਸੀਂ ਇੱਕ ਤੰਦਰੁਸਤ ਤੇ ਨਿਰੋਗ ਜੀਵਨ ਜੀ ਸਕਦੇ ਹੋ। ਸੋ ਉਮੀਦ ਕਰਦੇ ਹਾਂ ਅੱਜ ਦਾ ਐਪੀਸੋਡ ਜ਼ਰੂਰ ਪਸੰਦ ਆਵੇਗਾ। ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਹੈਲਥ ਐਕਸਪਰਟ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ। ਗੁਰਬਾਣੀ ਨਿਊਜ਼, ਮਿਊਜ਼ਿਕ, ਐਂਟਰਟੇਨਮੈਂਟ ਸ਼ੋ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ।